ਜਿਨ੍ਹਾਂ ਦੇ ਅੰਦਰ ਹੈ ਉਗਦੇ ਸੂਰਜਾਂ ਵਰਗਾ ਜੋਸ਼, ਜਿਨ੍ਹਾਂ ਦੇ ਅੰਦਰ ਹੈ ਆਸਮਾਨਾਂ ਜੱਡਾ ਜੇਰਾ, ਜਿਨ੍ਹਾਂ ਦੇ ਅੰਦਰ ਜਗਦੀ ਹੈ ਰਾਹ ਦਸੇਰੀ ਜੋਤ। ਆਓ ਮਿਲੀਏ ਉਹਨਾਂ ਹਸਤੀਆਂ ਨੂੰ। B ਊੜਾ ਕਾਕਰੋ ਐੜਾ ਅੱਗੇ ਵਧੋ ਈੜੀ ਮਾਨ ਦਾ ਵਧੋ। ਅੱਜ ਆਪਾਂ ਰਾਜਿੰਦਰ ਆਪਣੇ ਸਰਕਾਰੀ ਸਕੂਲਾਂ ਦੇ ਹੀ ਇੱਕ ਬਹੁਤ ਹੀ ਹੋਣਹਾਰ ਅਧਿਆਪਕ ਸ੍ਰੀ ਰਾਜਿੰਦਰ ਜੀ ਨੂੰ, ਜੋ ਕਿ ਗਵਰਨਮੈਂਟ ਪ੍ਰਾਇਮਰੀ ਸਕੂਲ ਬਾੜਾ ਬਾਈਕੇ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਪੋਸਟਡ ਹੈ, ਉਹਨਾਂ ਦੇ ਨਾਲ ਮੁਲਾਕਾਤ ਆਪਾਂ ਕਰਨੀ ਹੈ। ਮੈਂ ਚਾਹਾਂਗਾ ਕਿ ਤੁਸੀਂ ਸਾਰਿਆਂ ਦੀ ਮੁਲਾਕਾਤ ਉਹਨਾਂ ਦੇ ਨਾਲ ਸਿੱਧੀ ਹੋਏ। ਵੈਸੇ ਰਾਜਿੰਦਰ ਦਾ ਨਾਮ ਆਪਣੇ ਸਾਰਿਆਂ ਦੇ ਲਈ ਕੋਈ ਨਵਾਂ ਨਹੀਂ ਹੈ। ਇਹ ਰਾਜਿੰਦਰ ਬੜੇ ਸਾਲਾਂ ਤੋਂ ਮਿਹਨਤ ਕਰ ਰਹੇ हैं अपने स्कूलों ਦੇ ਵਿੱਚ, और अपने जो अध्यापक तबका है ਸਿੱਖਿਆ ਵਿਭਾਗ ਦਾ ਖਾਸ ਤੌਰ 'ਤੇ, ਉਹ ਸਾਰੇ ਲੋਕ ਇਹਨਾਂ ਦੇ ਕੰਮ ਤੋਂ ਚੰਗੀ ਤਰ੍ਹਾਂ ਜਾਣੂਗੇ। ਮੈਂ ਥੋੜਾ ਜਿਹਾ ਰਾਜਿੰਦਰ ਦੇ ਬਾਰੇ ਦੱਸਣਾ ਚਾਹਾਂਗਾ ਕਿ ਜੋ ਵੀ ਆਪਣੇ ਡਿਪਾਰਟਮੈਂਟ ਦੇ ਵਿੱਚ ਇਸ ਵੇਲੇ ਕੁਝ ਨਵੀਂ ਸ਼ੁਰੂਆਤ ਜੋ ਹੋਈਆਂ ਹੈ, ਉਹਦੇ ਵਿੱਚ ਰਾਜਿੰਦਰ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ। ਵਿਸ਼ੇਸ਼ ਕਰ ਜੋ ਆਪਣੀ ਜੋ ਕੁਆਲਿਟੀ ਇਨਹੈਂਸਮੈਂਟ ਪ੍ਰੋਗਰਾਮ ਹੈ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ई लर्निंग, कंटेंट डेवलपमेंट और स्मार्ट स्कूल, ये 3-4 चीज़ां ਜਿਹੜੀ ਹੈਗੀ ਦੇ ਵਿੱਚ ਰਾਜਿੰਦਰ ਦਾ ਬਹੁਤ ਵੱਡਾ ਯੋਗਦਾਨ ਹੈ। ਤੇ ਜਿੱਥੇ ਤੱਕ ਰਾਜਿੰਦਰ ਦਾ ਸਵਾਲ ਹੈ, ਰਾਜਿੰਦਰ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਉਹ ਤੁਹਾਨੂੰ ਬਿਲਕੁਲ ਇੱਕਦਮ ਖੁਦ ਹੀ ਆਪਣੇ ਰੂਬਰੂ ਆਪਣੇ ਮੂੰਹ ਤੋਂ ਤੁਹਾਨੂੰ ਆਪਣੀ ਗੱਲਾਂ ਦੱਸਣ। ਰਾਜਿੰਦਰ और मिसेज राजेंद्र, ਇਹਨਾਂ ਦੇ ਜੋ ਵਾਈਫ ਹੈ, ਉਹ ਵੀ ਉਸੇ ਸਕੂਲ ਦੇ ਵਿੱਚ ਲੱਗੇ ਹੋਏ हैं, और दोनों ही बहुत ही मेहनत नाल मतलब स्कूल ਨੂੰ ਇਹਨਾਂ ਨੇ ਸੰਭਾਲਿਆ। ਮੈਨੂੰ ਵੀ ਮੌਕਾ ਮਿਲਿਆ ਇੱਕ ਵਾਰੀ ਇਹਨਾਂ ਦੇ ਸਕੂਲ ਦੇ ਵਿੱਚ ਜਾ ਕੇ ਵਿਜ਼ਿਟ ਕਰਨ ਦਾ। ਹੁਣ ਮੈਂ ਜ਼ਿਆਦਾ ਸਮਾਂ ਆਪਣੇ ਇਹਨਾਂ ਚੀਜ਼ਾਂ ਤੇ ਨਾ ਲੈਂਦਾ ਹੋਇਆ ਮੈਂ ਤੁਹਾਨੂੰ ਰੂਬਰੂ ਕਰਾਂਦਾ ਰਾਜਿੰਦਰ ਤੋਂ। ਰਾਜਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂ ਰਾਜਿੰਦਰ, ਥੋੜਾ ਜਿਹਾ ਤੁਸੀਂ ਦੱਸੋਗੇ ਜੀ ਆਪਣੇ ਅਧਿਆਪਕ ਸਾਹਿਬਾਨ ਸਿੱਖਿਆ ਵਿਭਾਗ ਦੇ ਜਿੰਨੇ ਵੀ हैं और जो दूसरे मुलाजिम भी हैं, वो ਤੁਹਾਡੇ ਬਾਰੇ ਜਾਣਨਾ ਚਾਹੁੰਦੇ हैं और ਤੁਹਾਡੇ ਕੰਮ ਤੋਂ ਬਹੁਤ ਹੀ ਜ਼ਿਆਦਾ ਵਾਕਿਫ ਵੀ हैं, ਬੜੀ ਤਾਰੀਫ ਵੀ ਕਰਦੇ हैं। ਤੁਸੀਂ ਇੱਕ ਬਹੁਤ ਹੀ ਰਿਨਾਊਂਡ ਪਰਸਨੈਲਿਟੀ ਹੋ ਡਿਪਾਰਟਮੈਂਟ ਦੇ ਵਿੱਚ, ਔਰ ਤੁਹਾਡੀ ਜੋ ਮੋਟੀਵੇਸ਼ਨ ਹੈ ਉਹ ਬਹੁਤ ਸਾਰੇ ਅਧਿਆਪਕਾਂ ਦੇ ਲਈ ਕੰਮ ਕਰ ਰਹੀ ਹੈ। ਤੇ ਮੈਂ ਤੁਹਾਨੂੰ ਦੱਸਣਾ ਪਹਿਲੇ ਰਿਕੁਐਸਟ ਕਰਨਾ ਚਾਹਾਂਗਾ ਕਿ ਤੁਸੀਂ ਪਹਿਲੇ ਤਾਂ ਆਪਣੇ ਬਾਰੇ ਦੱਸੋ ਕੀ ਤੁਸੀਂ ਆਪਣੇ ਬਾਰੇ ਕੀ ਕੁਝ ਦੱਸਣਾ ਚਾਹੋਗੇ, ਔਰ ਫਿਰ ਉਸ ਤੋਂ ਬਾਅਦ ਆਪਾਂ ਤੁਹਾਡੇ ਸਕੂਲ ਦੇ ਬਾਰੇ ਗੱਲ ਕਰਾਂਗੇ। ਸਰ, ਜਿਹੜੀ ਮੇਰੀ ਕੁਆਲੀਫਿਕੇਸ਼ਨ ਹੈ MSc ਫਿਜ਼ਿਕਸ B.Ed ਹੈ ਸਰ, ਔਰ ਮੇਰੇ ਵਾਈਫ ਹਰਿੰਦਰ, ਉਹ ਵੀ ਮੇਰੇ ਨਾਲ ਹੀ ਜੋਬ ਕਰਦੇ ਨੇ, ਉਹ ਵੀ MSc ਫਿਜ਼ਿਕਸ B.Ed ਨੇ। ਔਰ ਮੈਂ ਇੱਕ ਨੋਰਮਲ ਜੀ ਫੈਮਿਲੀ ਹੈ, ਬਾਜਾਖਾਨਾ ਮੇਰਾ ਪਿੰਡ ਹੈ, ਡਿਸਟ੍ਰਿਕਟ ਫਰੀਦਕੋਟ। ਮੇਰੇ ਫਾਦਰ, ਮੇਰੇ 3 ਭੈਣ ਹੈ ਔਰ ਅਸੀਂ 2 ਭਾਈ ਹੈ, ਅਸੀਂ 5 ਭੈਣ ਭਾਈ ਹੈ। ਔਰ ਮੇਰੇ ਫਾਦਰ ਨੇ ਸਾਨੂੰ ਪੜ੍ਹਾਇਆ ਔਰ ਇਸ ਯੋਗ ਬਣਾਇਆ ਕਿ ਅਸੀਂ ਇਹ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਆਏ। ਮੇਰੇ ਮਦਰ ਲੋਕਾਂ ਦੇ ਕੱਪੜੇ ਸਟਿਚ ਕਰਦੇ ਸੀ ਔਰ ਮੇਰੇ ਫਾਦਰ ਦੁੱਧ ਵੇਚਦੇ ਸੀ ਲੋਕਾਂ ਦੇ ਘਰੇ ਜਾ ਕੇ। ਮਤਲਬ ਉਹਨਾਂ ਨੇ ਇੰਨੀ ਮਿਹਨਤ ਕਰਕੇ ਸਾਨੂੰ ਪੜ੍ਹਾਇਆ ਤੇ ਸਾਨੂੰ ਇਸ ਯੋਗ ਬਣਾਇਆ ਹੈ। ਔਰ ਸਰ, ਅਸੀਂ 2 ਅਕਤੂਬਰ 2008 ਦੇ ਵਿੱਚ ਐਜ਼ ਟੀਚਿੰਗ ਫੈਲੋ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆਏ ਸੀ। ਤਾਂ ਜਦੋਂ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆਏ ਸੀ, ਵਾੜਾ ਭਾਈਕਾ ਸਕੂਲ ਦੇ ਵਿੱਚ ਅਸੀਂ ਜੁਆਇਨ ਕੀਤਾ ਸੀ, ਤਾਂ ਸਾਨੂੰ ਪਹਿਲਾਂ ਉਹ ਸਿਸਟਮ ਦੀ ਸਮਝ ਨਹੀਂ ਆਈ, ਕਿਉਂਕਿ ਅਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਸੀ। ਸਾਡੇ ਕੁਝ ਹੋਰ ਤਰ੍ਹਾਂ ਦੇ ਇੰਟਰਸਟ ਸੀ ਕਿ ਅਸੀਂ +1-2 ਨੂੰ ਟੀਚ ਕਰਾਂਗੇ, ਲੈਕਚਰਰ ਬਣਾਂਗੇ, ਇਸ ਤਰ੍ਹਾਂ ਦੇ ਇੰਟਰਸਟ ਸੀ। ਪਰ ਜਦੋਂ 5-7-10 ਦਿਨਾਂ ਦੇ ਵਿੱਚ ਮੈਂ ਦੇਖਿਆ, ਉਹ ਸਿਸਟਮ ਨੂੰ ਸਮਝਿਆ, ਅਸੀਂ ਦੇਖਿਆ ਵੀ ਕੁਝ ਬੱਚੇ ਜਿਹੜੇ ਲੌਂਗ ਐਬਸੈਂਟੀ ਹੈ, ਮੈਂ ਉਹਨਾਂ ਨੂੰ ਆਪਣੇ ਸਕੂਟਰ ਤੇ ਘਰੋਂ ਉਹਨਾਂ ਨੂੰ ਲੈਣ ਚਲਾ ਗਿਆ। ਔਰ ਉਹ ਜਿੰਨੇ ਵੀ ਕੋਈ 35-40 ਬੱਚੇ ਜਾਂ ਜਿੰਨੇ ਵੀ ਸੀ ਜਿਹੜੇ ਐਬਸੈਂਟੀ ਸੀ, ਕਦੇ ਕਦੇ ਆਉਂਦੇ ਸੀ, ਉਹਨਾਂ ਨੂੰ ਸਰ ਮੈਂ 1 ਹਫ਼ਤੇ ਦੇ ਵਿੱਚ ਰੈਗੂਲਰ ਕਰ ਲਿਆ। 1 ਹਫ਼ਤੇ ਤੋਂ ਜ਼ਿਆਦਾ ਟਾਈਮ ਨਹੀਂ ਲੱਗਿਆ। ਪਰ ਜਦੋਂ ਮੈਂ ਉਹਨਾਂ ਦੇ ਘਰੇ ਜਾਂਦਾ ਸੀ
ਤਾਂ ਉਹਨਾਂ ਦੇ ਘਰਾਂ ਦਾ ਜਦੋਂ ਮੈਂ ਸਿਸਟਮ ਦੇਖਿਆ ਤਾਂ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ, 15-20 ਦਿਨਾਂ ਦੇ ਵਿੱਚ ਸਾਡਾ ਜਿਹੜਾ ਇਹ ਵਿਊਜ਼, ਸਾਡਾ ਜਿਹੜਾ ਕਨਸੈਪਟ ਸੀ ਇਹ ਬਿਲਕੁਲ ਹੀ ਚੇਂਜ ਹੋ ਗਿਆ। ਤੇ ਸਾਨੂੰ ਇਸ ਤਰ੍ਹਾਂ ਲੱਗਿਆ ਵੀ ਨਹੀਂ, ਅਸੀਂ ਕੋਈ +1 2 ਜਾਂ ਲੈਕਚਰਰ ਉਧਰਲੀ ਸਾਈਡ ਨਹੀਂ ਜਾਣਾ। ਜੇ ਅਸੀਂ ਇਸ ਫੀਲਡ ਦੇ ਵਿੱਚ ਕੰਮ ਕਰ ਸਕੀਏ, ਪ੍ਰਾਇਮਰੀ ਸਕੂਲ ਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕਰ ਸਕੀਏ, ਤਾਂ ਇਸ ਤੋਂ ਵੱਡੀ ਸੇਵਾ ਸਾਡੇ ਲਈ ਹੋਰ ਕੋਈ ਨਹੀਂ ਹੋਵੇਗੀ। ਔਰ ਉਸ ਤੋਂ ਬਾਅਦ ਸਰ ਕੀ ਕੀਤਾ ਕਿ ਅਸੀਂ ਇੱਕ ਕਲਾਸ ਨੂੰ ਅਡਾਪਟ ਕੀਤਾ। ਇੱਕ ਮੇਰੇ ਵਾਈਫ ਨੇ ਔਰ ਇੱਕ ਮੈਂ, 2 ਕਲਾਸਾਂ ਨੂੰ ਅਸੀਂ ਅਡਾਪਟ ਕੀਤਾ। ਉਹਨਾਂ ਤੇ ਅਸੀਂ 6 ਮਹੀਨੇ ਪੂਰੀ ਮਿਹਨਤ ਕੀਤੀ, ਸਿਸਟਮ ਨੂੰ ਸਮਝ ਕੇ। ਮਿਹਨਤ ਕਰਨ ਤੋਂ ਬਾਅਦ ਜਿਹੜੇ ਉਹ ਬੱਚਿਆਂ ਦੀਆਂ ਲਰਨਿੰਗ ਆਊਟਪੁੱਟ ਸੀ, ਉਹ ਅਸੀਂ ਸਾਡੇ ਪਿੰਡ ਦੇ ਜਿਹੜੇ ਉਹਨਾਂ ਦੇ ਪੇਰੈਂਟਸ ਸੀ ਜਾਂ ਸਾਡੀ ਪੰਚਾਇਤ ਸੀ ਜਾਂ ਮੋਹਤਬਰ ਬੰਦੇ ਸੀ, ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਬੱਚਿਆਂ ਨੂੰ ਜਿਹੜਾ ਪੇਸ਼ ਕੀਤਾ, ਉਹਨਾਂ ਦੀਆਂ ਜਿਹੜੀਆਂ ਆਊਟਪੁੱਟ ਸੀ। ਪੇਰੈਂਟਸ ਖੁਸ਼ ਹੋਏ ਸਾਰੇ। ਉਹਨਾਂ ਦੀਆਂ ਸਰ ਅਸੀਂ ਦੱਸਿਆ ਕਿ ਅਸੀਂ ਆਹ ਕੰਮ ਇਸ ਤਰ੍ਹਾਂ ਕਰ ਰਹੇ ਹਾਂ, ਜੇ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਹੈ ਤਾਂ ਤੁਸੀਂ ਸਾਨੂੰ ਕੋਆਪਰੇਟ ਕਰੋ। ਅਸੀਂ ਉਸ ਸਮੇਂ ਸੁਸਾਇਟੀ ਨੂੰ ਆਪਣੇ ਨਾਲ ਜੋੜਿਆ। ਸੁਸਾਇਟੀ ਦੀ ਮਦਦ ਦੇ ਨਾਲ ਅਸੀਂ ਸੀਕੁਐਂਸ ਵਾਈਜ਼ ਕੰਮ ਕਰਨਾ ਸ਼ੁਰੂ ਕੀਤਾ। ਅਸੀਂ ਆਪਣੀ ਇੱਕ ਕੰਮ ਦੀ ਪਲੈਨਿੰਗ ਤਿਆਰ ਕੀਤੀ ਕਿ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਕੰਮ ਹੈ ਉਹ ਚਾਈਲਡ ਸੈਂਟਰਡ ਹੋਣਾ ਚਾਹੀਦਾ ਹੈ। ਕੋਈ ਵੀ ਚੀਜ਼ ਹੈ ਉਹ ਬੱਚੇ ਦੇ ਕੰਮ ਆਉਂਦੀ ਹੋਣੀ ਚਾਹੀਦੀ ਹੈ, ਜਿਹੜੀ ਵੀ ਅਸੀਂ ਬਣਾਉਣੀ ਹੈ। ਸਰ 2 ਮਹੀਨੇ ਦੇ ਵਿੱਚ ਨਾ ਮੈਂ ਪਹਿਲਾਂ ਆਪਣੀ ਪੇ ਦੇ ਵਿੱਚੋਂ ਬਹੁਤ ਸਾਰੇ ਸੰਦ ਲੈ ਕੇ ਆਇਆ ਕਿ ਮੈਂ ਉਹ ਕੰਮ ਜਿਹੜਾ ਹੈ, ਕੋਈ ਲੱਕੜ ਦਾ ਹੈ, ਕੋਈ ਬਿਜਲੀ ਦਾ ਹੈ, ਕੋਈ ਪਲੰਬਰ ਵਾਲਾ ਹੈ, ਮੈਂ ਆਪਣੇ ਹੱਥੀਂ ਕਰੂੰਗਾ ਔਰ ਕਰਨਾ ਸਟਾਰਟ ਵੀ ਕੀਤਾ। ਤਾਂ ਅਸੀਂ ਇੱਕ ਟੀਮ ਬਣਾਈ। ਉਹ ਟੀਮ ਸਾਡੇ ਪਿੰਡ ਦੇ ਜਿਹੜੇ ਸਾਡੇ ਦੋਸਤ ਮਿੱਤਰ ਜਿਹੜੇ ਸਾਡੇ ਨਾਲ ਜੁੜੇ ਸੀ, ਉਹਨਾਂ ਦੀ ਟੀਮ ਬਣਾਈ। ਉਹਦੇ ਵਿੱਚ ਉਸਾਰੀ ਵਾਲਾ ਮਿਸਤਰੀ ਵੀ ਸੀ, ਲੱਕੜ ਵਾਲਾ ਮਿਸਤਰੀ ਵੀ ਸੀ, ਲੋਹੇ ਵਾਲਾ ਮਿਸਤਰੀ ਵੀ ਸੀ, ਬਿਜਲੀ ਦਾ ਮਕੈਨਿਕ ਵੀ ਸੀ, ਇਲੈਕਟ੍ਰੋਨਿਕਸ ਦਾ ਮਕੈਨਿਕ ਵੀ ਸੀ, ਪਲੰਬਰ ਵੀ ਸੀ। ਇਹ ਸਾਰੇ ਤਰ੍ਹਾਂ ਦੇ ਲੋਕ ਸਾਡੀ ਟੀਮ ਦੇ ਵਿੱਚ ਸ਼ਾਮਲ ਅਸੀਂ ਕੀਤੇ ਤਾਂ ਕਿ ਜੋ ਇਹਨਾਂ ਕੰਮਾਂ ਦੇ ਉੱਪਰ ਸਾਡਾ ਪੈਸਾ ਲੱਗਣਾ ਹੈ ਉਹ ਬਚ ਸਕੇ। ਇਹ ਆਪਣਾ ਸਮਾਂਦਾਨ ਦੇਣ, ਜਦੋਂ ਵੀ ਇਹਨਾਂ ਨੂੰ ਟਾਈਮ ਮਿਲਦਾ ਹੈ, ਘੰਟਾ 2 ਘੰਟੇ 1 ਦਿਨ, ਇਹ ਸਮਾਂਦਾਨ ਦੇਣ, ਕਿਉਂਕਿ ਸੇਵਾ ਨਾਲ ਕੰਮ ਕੀਤਾ ਔਰ ਪੈਸਿਆਂ ਨਾਲ ਕੰਮ ਕਰਾਏ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਹੈ। ਔਰ ਇਸ ਤਰ੍ਹਾਂ ਅਸੀਂ ਆਪਣਾ ਕੰਮ ਜਿਹੜਾ ਸਟਾਰਟ ਕੀਤਾ। ਤੁਹਾਡਾ ਇਹ ਰਾਜਿੰਦਰ ਬਹੁਤ ਹੀ ਯੂਨੀਕ ਮਾਡਲ ਹੈ ਇੱਕ ਤਰ੍ਹਾਂ ਦਾ, ਕਿ ਤੁਸੀਂ ਇਹਦੇ ਨਾਲ ਮੈਨੂੰ ਇਹ ਲੱਗ ਰਿਹਾ ਕਿ ਡਬਲ ਬੈਨੀਫਿਟ ਤੁਹਾਨੂੰ ਹੋਇਆ ਹੈ। ਜਿੱਥੇ ਤੁਸੀਂ ਪੈਰੈਂਟਸ ਤੇ ਬੱਚਿਆਂ ਦੀ ਇਨਵੋਲਵਮੈਂਟ ਆਪਣੇ ਸਕੂਲ ਦੇ ਕੰਮਾਂ ਦੇ ਲਈ ਕੀਤੀ ਹੈ, ਔਰ ਨਾਲ ਹੀ ਤੁਸੀਂ ਆਪਣੇ ਸਕੂਲ ਦੇ, ਜਿਵੇਂ ਕਿ ਤੁਸੀਂ ਦੱਸ ਰਹੇ ਹੋ ਤੁਹਾਨੂੰ ਫਾਈਨੈਂਸ਼ੀਅਲ ਕੰਸਟ੍ਰੇਂਟਸ ਵੀ ਸੀਗੇ, ਤੇ ਦੋਨੋਂ ਚੀਜ਼ਾਂ ਤੁਸੀਂ ਪੂਰਤੀ ਕਰ ਲਈ। ਤੁਹਾਡੇ ਸਕੂਲ ਦੀ ਜਦੋਂ ਤੁਸੀਂ ਆਏ ਉਸ ਵੇਲੇ ਕਿੰਨੇ ਬੱਚੇ ਸਕੂਲ 'ਚ ਪੜ੍ਹਦੇ ਸੀ ਤੇ ਹੁਣ ਇਸ ਵੇਲੇ ਕਿੰਨੇ ਬੱਚੇ ਪੜ੍ਹਦੇ ਆ? ਇਨਰੋਲਮੈਂਟ 'ਚ ਕਿੰਨਾ ਵਾਧਾ ਹੋਇਆ? ਸਰ ਉਸ ਟਾਈਮ 129 ਬੱਚੇ ਸੀ ਔਰ ਅੱਜ ਜੋ ਹੈ ਸਾਡੇ ਕੋਲੇ 215 ਬੱਚੇ ਹੈ ਸਾਡੇ ਸਕੂਲ ਦੇ ਵਿੱਚ। ਸਰ ਜਦੋਂ ਅਸੀਂ ਆਏ ਸੀ ਤਾਂ ਉਸ ਟਾਈਮ ਇੱਕ ਬੜੀ ਵੱਡੀ ਚੁਣੌਤੀ ਸੀ। ਇੱਕ ਤਾਂ ਇਹ ਗੱਲ ਸੀ ਵੀ ਜਦੋਂ ਅਸੀਂ ਕੋਈ ਵੀ ਕੰਮ ਸਟਾਰਟ ਕਰਦੇ ਸੀ ਤਾਂ ਸਾਨੂੰ ਇਹ ਗੱਲਾਂ ਕਾਫੀ ਸੁਣਨ ਨੂੰ ਮਿਲਦੀਆਂ ਸੀ ਕਿ ਯਾਰ ਸਰਕਾਰੀ ਸਕੂਲਾਂ ਦੇ ਵਿੱਚ ਐਂ ਹੁੰਦਾ ਹੈ, ਇਸ ਤੋਂ ਹਟ ਕੇ ਨਹੀਂ ਹੋ ਸਕਦਾ। ਜਿਹੜਾ ਕੰਮ ਤੁਸੀਂ ਸੋਚਦੇ ਹੋ ਇਹ ਕੰਮ ਸਰਕਾਰੀ ਸਕੂਲਾਂ 'ਚ ਪੋਸੀਬਲ ਨਹੀਂ। ਇਹ ਗੱਲ ਸਾਨੂੰ ਕਿਤੇ ਨਾ ਕਿਤੇ ਚੰਗੀ ਨਹੀਂ ਸੀ ਲੱਗਦੀ ਵੀ ਉਹ ਕਿਹੜੀ ਗੱਲ ਹੈ ਵੀ ਜਿਹੜੀ ਪੋਸੀਬਲ ਨਹੀਂ ਹੋ ਸਕਦੀ। ਕੋਈ ਜ਼ਰੂਰੀ ਨਹੀਂ ਹੈ ਕਿ ਸਾਰੇ ਕੰਮ ਜਿਹੜੇ ਉਹ ਪੈਸੇ ਨਾਲ ਹੀ ਹੋਣ ਵਾਲੇ ਆ, ਕੁਝ ਕੰਮ ਬਿਨਾਂ ਪੈਸੇ ਦੇ ਵੀ ਹੁੰਦੇ ਆ ਕਿ ਜਿਹੜੇ ਆਪਾਂ ਕਰ ਸਕਦੇ ਹਾਂ। ਔਰ ਦੂਸਰੀ ਜਿਹੜੀ ਚੀਜ਼ ਸੀ ਉਹ ਇਹ ਸੀ ਕਿ ਜਿਹੜਾ ਇਮੇਜ ਸੀ ਸਕੂਲਾਂ ਦਾ ਉਸ ਸਮੇਂ ਸੁਸਾਇਟੀ ਦੇ ਵਿੱਚ ਉਹ ਗਲਤ ਬਣਿਆ ਹੋਇਆ ਸੀ, ਗਲਤ ਮੈਸੇਜ ਗਿਆ ਹੋਇਆ ਸੀ। ਅਸੀਂ ਨਾਲ ਦੀ ਨਾਲ ਉਸ ਚੀਜ਼ ਨੂੰ ਵੀ ਇੰਪਰੂਵ ਕਰਨਾ ਸੀ ਕਿ ਇਸ ਤਰ੍ਹਾਂ ਨਹੀਂ ਹੈ, ਸਰਕਾਰੀ ਸਕੂਲ ਬਹੁਤ ਵਧੀਆ ਹੈ। ਤਾਂ ਉਹ ਦੋਨੋਂ ਚੀਜ਼ਾਂ ਦਾ ਮੇਲ ਸੀ ਤੇ ਅਸੀਂ ਇਸ ਕਰਕੇ ਉਸ ਸੁਸਾਇਟੀ ਨੂੰ ਵੀ ਆਪਣੇ ਨਾਲ ਜੋੜਿਆ। ਉੱਥੇ ਸਹੀ ਮੈਸੇਜ ਵੀ ਉਹਨਾਂ ਨੂੰ ਕਨਵੇ ਕੀਤਾ। ਜੋ ਛਵੀ ਖਰਾਬ ਹੋਈ ਸੀ ਉਹਨੂੰ ਸੁਧਾਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਔਰ ਇਹਦੇ ਵਿੱਚ ਸਰ ਮਤਲਬ ਉਸ ਨਾਲ ਕਾਫੀ ਇੰਪਰੂਵਮੈਂਟਸ ਆਉਂਦੀਆਂ ਗਈਆਂ, ਲੋਕ ਸਾਡੇ ਨਾਲ ਜੁੜਦੇ ਗਏ। ਰਾਜਿੰਦਰ, ਮੈਂ ਤੁਹਾਡੇ ਸਕੂਲ ਦੇ ਵਿੱਚ ਗਿਆ ਤੇ ਤੁਹਾਡੇ ਸਕੂਲ ਦੇ ਵਿੱਚ ਮੈਂ ਇੱਕ ਨਈ ਚੀਜ਼ ਸੁਣੀ ਤੁਹਾਡੇ ਤੋਂ, ਔਰ ਉਹ ਇਹ ਸੀਗੀ ਕਿ ਤੁਸੀਂ ਪ੍ਰੇਅਰ ਦੇ ਵਿੱਚ ਜਦੋਂ ਪ੍ਰੇਅਰ ਕਰਾਉਂਦੇ ਹੋ ਬੱਚਿਆਂ ਦੀ ਤੇ ਰੋਜ਼ਾਨਾ ਤੁਸੀਂ ਦਰੀਆਂ ਫਰੈਸ਼ ਉੱਤੇ ਵਿਛਾਉਂਦੇ ਹੋ ਔਰ ਸਾਰੇ ਤੁਹਾਡੇ ਅਧਿਆਪਕ ਸਾਹਿਬਾਨ, ਤੁਸੀਂ ਆਪ ਵੀ, ਤੁਹਾਡੇ ਵਾਈਫ ਵੀ ਉੱਥੇ ਟੀਚਰ ਹੈ ਮੈਡਮ ਰਿੰਦਰ ਜੀ, ਤੇ ਔਰ ਦੂਸਰੇ ਬਾਕੀ ਸਾਰੇ ਅਧਿਆਪਕ ਵੀ, ਤੁਸੀਂ ਰੋਜ਼ਾਨਾ ਉੱਥੇ ਦਰੀਆਂ ਵਿਛਾਉਂਦੇ ਹੋ।
ਹਾਂਜੀ ਇਹਦੇ ਬਾਰੇ ਇਹ ਆਈਡੀਆ ਤੁਹਾਨੂੰ ਕਿੱਥੋਂ ਆਇਆ ਔਰ ਇਹਦੇ ਕੀ ਤੁਹਾਨੂੰ ਲੱਗਦਾ ਹੈ ਕੀ ਫਾਇਦੇ? ਇੱਕ ਗੱਲ ਮੈਂ ਹੋਰ ਦੇਖੀ, ਤੁਹਾਡੇ ਬੱਚਿਆਂ ਦੀ ਜਿਹੜੀ ਯੂਨੀਫਾਰਮ ਸੀਗੀ ਉਹ ਬਿਲਕੁਲ ਇੱਕਦਮ ਇਦਾਂ ਲੱਗਦਾ ਸੀਗਾ ਕਿ ਜਿਵੇਂ ਉਹ ਸਾਰੇ ਕੱਪੜੇ ਬੱਚਿਆਂ ਦੇ ਜਿਵੇਂ ਤੁਸੀਂ ਸਕੂਲ ਦੇ ਵਿੱਚ ਧੋ ਕੇ ਔਰ ਫਿਰ ਬੱਚਿਆਂ ਨੂੰ ਉੱਥੇ ਸਕੂਲ ਦੇ ਵਿੱਚ ਹੀ ਪਾਏ ਹੋਣ, ਬਿਲਕੁਲ ਇੱਕਦਮ ਸਾਫ਼ ਸੁਥਰੇ ਸਾਰੇ ਬੱਚਿਆਂ ਦੇ। ਤਾਂ ਇਹਦੇ ਬਾਰੇ ਤੁਸੀਂ ਕੀ ਕੁਝ ਦੱਸੋਗੇ? ਹਾਂਜੀ ਹਾਂਜੀ ਸਰ, ਇਸ ਤਰ੍ਹਾਂ ਹੈ ਕਿ ਅਸੀਂ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਚੇ ਦੀ ਕੱਲੀ ਕੱਲੀ ਐਕਟੀਵਿਟੀ ਦੇ ਉੱਪਰ ਅਸੀਂ ਧਿਆਨ ਦਿੰਦੇ ਹਾਂ ਔਰ ਉਹਨੂੰ ਆਪਣੇ ਨਾਲ ਜੋੜ ਕੇ ਦੇਖਦੇ ਹਾਂ ਵੀ ਜੇ ਅਸੀਂ ਇਸ ਜਗ੍ਹਾ ਤੇ ਹੁੰਦੇ ਤਾਂ ਸਾਨੂੰ ਕਿਸ ਚੀਜ਼ ਦੀ ਰਿਕੁਆਇਰਮੈਂਟ ਹੋਣੀ ਸੀ, ਜੇ ਬੱਚੇ ਨੂੰ ਅਸੀਂ ਇੱਥੇ ਕਿਸ ਤਰ੍ਹਾਂ ਉਹਨੂੰ ਅਸੀਂ ਡੀਲ ਕਰ ਰਹੇ ਹਾਂ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਨੂੰ ਆਬਜ਼ਰਵ ਕਰਦੇ ਹਾਂ ਔਰ ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਅਸੀਂ ਆਬਜ਼ਰਵ ਕਰਦੇ ਹਾਂ। ਇਹਦੇ 'ਚ ਇਸ ਤਰ੍ਹਾਂ ਹੈ ਕਿ ਸਾਡੀ ਜਿਹੜੀ ਦਿਨ ਦੀ ਸ਼ੁਰੂਆਤ ਹੈ ਉਹ ਮਾਰਨਿੰਗ ਅਸੈਂਬਲੀ ਨਾਲ ਹੁੰਦੀ ਹੈ। ਸਾਡਾ ਅੱਧਾ ਘੰਟਾ ਮਾਰਨਿੰਗ ਅਸੈਂਬਲੀ ਤੇ ਲੱਗਦਾ ਹੈ। ਅਗਰ ਸਾਡੀ ਉਹ ਸ਼ੁਰੂਆਤ ਵਧੀਆ ਤਰੀਕੇ ਨਾਲ ਹੋ ਜੇ, ਬੱਚੇ ਦੀ ਕੰਸਨਟ੍ਰੇਸ਼ਨ ਅਸੀਂ ਉਸ ਅੱਧੇ ਘੰਟੇ ਦੇ ਵਿੱਚ ਬਣਾ ਸਕੀਏ ਤਾਂ ਉਹਦਾ ਸਾਰੇ ਦਿਨ ਦੀ ਜਿਹੜੀ ਆਊਟਪੁੱਟ ਹੈ ਨਾ ਉਹ ਵਧੀਆ ਹੋ ਜਾਂਦੀ ਹੈ। ਬੱਚੇ ਦੀ ਕੰਸਨਟ੍ਰੇਸ਼ਨ ਕਿਵੇਂ ਬਣੇਗੀ? ਅਗਰ ਉਹ ਕੰਫਰਟੇਬਲੀ ਉੱਥੇ ਬੈਠਾ ਹੋਇਆ ਹੈ ਤਾਂ ਅਸੀਂ ਇਹ 10 ਸਾਲ ਤੋਂ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ। ਮਾਰਨਿੰਗ ਅਸੈਂਬਲੀ ਦੇ ਵਿੱਚ ਅਸੀਂ ਮੈਟਸ ਵਿਛਾ ਕੇ ਬੱਚੇ ਨੂੰ ਕੰਫਰਟੇਬਲੀ ਬਿਠਾਉਂਦੇ ਹਾਂ ਪ੍ਰੋਪਰ ਡਿਸਟੈਂਸ ਤੇ ਔਰ ਇੱਕ ਯੋਗਾ ਮੁਦਰਾ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾਂਦਾ ਹੈ ਕਿ ਜਿਸ ਨਾਲ ਉਹਨਾਂ ਦੀ ਜਿਹੜੀ ਮੈਮਰੀ ਪਾਵਰ ਹੈ ਉਹ ਇਨਕਰੀਜ਼ ਹੁੰਦੀ ਹੈ, ਕੰਸਨਟ੍ਰੇਸ਼ਨ ਵੀ ਇਨਕਰੀਜ਼ ਹੁੰਦੀ ਹੈ। ਟੀਚਿੰਗ ਮੇਨ ਇਹ ਚੀਜ਼ ਹੈ ਵੀ ਆਪਾਂ ਇੱਕ ਬੱਚੇ ਦੇ ਵਿੱਚ ਕੀ ਖਾਸੀਅਤ ਹੈ, ਕੀ ਉਹਦੇ ਵਿੱਚ ਗੁਣ ਹੈ, ਟੈਲੈਂਟ ਹੈ ਜੋ ਪ੍ਰਮਾਤਮਾ ਨੇ ਹਰ ਇੱਕ ਬੰਦੇ ਦੇ ਵਿੱਚ ਪਾ ਕੇ ਭੇਜਿਆ ਹੈ। ਉਸ ਟੈਲੈਂਟ ਨੂੰ ਦੇਖਣਾ ਹੈ, ਉਹਨੂੰ ਪਹਿਚਾਨਣਾ ਹੈ, ਉਹਨੂੰ ਬਾਹਰ ਕੱਢਣਾ ਹੈ। ਉਹਨੂੰ ਬਾਹਰ ਕੱਢਣ ਵਾਸਤੇ ਉਹਨੂੰ ਹਰ ਤਰ੍ਹਾਂ ਦਾ, ਹਰ ਬੱਚੇ ਨੂੰ ਮੌਕਾ ਦੇਣਾ ਹੈ। ਉਹਨੂੰ ਸਟੇਜ ਤੇ ਬੋਲਣ ਦਾ ਵੀ, ਉਹਨੂੰ ਗਾਉਣ ਦਾ ਵੀ, ਉਹਨੂੰ ਨੱਚਣ ਦਾ ਵੀ, ਉਹਨੂੰ ਖੇਡਣ ਦਾ ਵੀ, ਉਹਨੂੰ ਪੜ੍ਹਨ ਦਾ ਵੀ, ਹਰ ਤਰ੍ਹਾਂ ਦਾ ਉਹਨੂੰ ਅਸੀਂ ਮੌਕਾ ਪ੍ਰਦਾਨ ਕਰਨਾ ਹੈ ਤਾਂ ਕਿ ਉਹਦੀਆਂ ਸਾਰੀਆਂ ਫੀਲਡਸ ਦੇ ਵਿੱਚੋਂ ਅਸੀਂ ਦੇਖ ਸਕੀਏ ਕਿ ਇਹ ਬੱਚਾ ਕਿਹੜੇ ਫੀਲਡ ਦੇ ਵਿੱਚ ਅੱਗੇ ਜਾ ਸਕਦਾ ਹੈ। ਉਸ ਫੀਲਡ ਦੇ ਵਿੱਚ ਅਸੀਂ ਫਿਰ ਉਹਨੂੰ ਸਪੈਸ਼ਲ ਤਰੀਕੇ ਨਾਲ ਡੀਲ ਕਰਦੇ ਹਾਂ ਤਾਂ ਕਿ ਵੱਡਾ ਹੋ ਕੇ ਉਹਦੀ ਰੋਜ਼ੀ ਰੋਟੀ ਦਾ ਵੀ ਸਾਧਨ ਬਣੇ ਔਰ ਉਹਦੇ ਵਿੱਚ ਉਹ ਤਰੱਕੀ ਵੀ ਕਰੇ। ਅਸੀਂ ਉਹ ਚੀਜ਼ਾਂ ਪਹਿਲਾਂ ਕੰਮ ਕਰਦੇ ਹਾਂ ਜਿਨ੍ਹਾਂ ਦਾ ਡਾਇਰੈਕਟਲੀ ਬੱਚੇ ਨੂੰ ਬੈਨੀਫਿਟ ਹੁੰਦਾ ਹੈ। ਜਿਵੇਂ ਕਿ ਅਸੀਂ ਸਰ ਕਲਾਸਰੂਮਸ ਦੇ ਵਿੱਚ ਕੰਮ ਕੀਤਾ ਹੈ। ਸਾਡੇ ਬਾਹਰ ਹਾਲੇ ਤੱਕ ਕੋਈ ਜ਼ਿਆਦਾ ਰੰਗ ਰੋਗਨ ਨਹੀਂ ਹੈ। ਮੈਂ ਇਹ ਨਹੀਂ ਕਹਿੰਦਾ ਵੀ ਕਿ ਉਹ ਜ਼ਰੂਰੀ ਨਹੀਂ ਹੈ, ਉਹ ਵੀ ਬਹੁਤ ਜ਼ਰੂਰੀ ਹੈ, ਪਰ ਸਾਡੇ ਫੰਡਸ ਦੇ ਅਕੋਰਡਿੰਗ ਅਸੀਂ ਮੈਨੇਜ ਕਰਦੇ ਹਾਂ ਉਸ ਨੂੰ। ਅਸੀਂ ਪਹਿਲਾਂ ਅੰਦਰਲਾ ਸੰਵਾਰਿਆ ਜਿੱਥੇ ਸਾਰਾ ਦਿਨ ਬੱਚੇ ਨੇ ਬੈਠਣਾ ਹੈ। ਉੱਥੇ ਜੋ ਵੀ ਐਟਮੋਸਫੇਅਰ ਕਲਾਸ ਦਾ ਹੋਊਗਾ ਉਸ ਐਟਮੋਸਫੇਅਰ ਤੇ ਦਾ ਬੱਚੇ ਦੀ ਸਾਈਕੀ ਦੇ ਉੱਪਰ ਬੜਾ ਇਫੈਕਟ ਪੈਣਾ ਹੈ। ਇੱਕ ਟੀਚਰ ਦਾ ਸਭ ਤੋਂ ਵੱਡਾ ਜਿਹੜਾ ਹਥਿਆਰ ਹੁੰਦਾ ਹੈ, ਉਹਦਾ ਏਡ ਹੁੰਦਾ ਹੈ, ਉਹ ਹੁੰਦਾ ਹੈ ਬਲੈਕ ਬੋਰਡ, ਪੁਆਇੰਟਰ ਤੇ ਚਾਕ। ਤਾਂ ਜਿੰਨੇ ਵੀ ਸਾਡੇ ਕਲਾਸਰੂਮ ਸੀ ਉਹਨਾਂ ਦੇ ਵਿੱਚ ਸਾਡੇ ਜਿੰਨੇ ਬਲੈਕ ਬੋਰਡ ਸੀ, ਮੈਕਸਿਮਮ ਮੈਨੂੰ ਜਿੰਨਾ ਸਪੇਸ ਮਿਲਿਆ 10 ਫੁੱਟ 12 ਫੁੱਟ, ਮੈਂ ਸਾਰੀਆਂ ਕਲਾਸਾਂ ਦੇ ਉਹ ਜਿਹੜੇ ਬਲੈਕ ਬੋਰਡ ਸੀ ਉਹਨਾਂ ਨੂੰ ਵੱਡਾ ਕੀਤਾ। ਹਰ ਇੱਕ ਕਲਾਸ ਦੇ ਵਿੱਚ ਅਸੀਂ ਲੱਕੜ ਦੇ ਪੁਆਇੰਟਰ ਬਣਾਏ ਤਾਂ ਕਿ ਬੱਚਿਆਂ ਦੇ ਵਿੱਚੋਂ ਉਹ ਡੰਡੇ ਵਾਲਾ ਡਰ ਨਿਕਲ ਸਕੇ। ਉਹ ਸਾਰੀਆਂ ਕਲਾਸਿਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਅਸੀਂ 2 ਕਲਾਸਾਂ ਦੀ ਪਰਫਾਰਮੈਂਸ ਸਾਡੇ ਪਿੰਡ ਦੇ ਲੋਕਾਂ ਨੂੰ ਅਸੀਂ ਦਿਖਾਈ, ਉਹਨਾਂ ਤੋਂ ਅਸੀਂ ਸਹਿਯੋਗ ਮੰਗਿਆ। ਸਹਿਯੋਗ ਅਸੀਂ ਫਾਈਨੈਂਸ਼ੀਅਲੀ ਕੁਝ ਨਹੀਂ ਮੰਗਿਆ, ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਮੋਰਲ ਸਪੋਰਟ ਕਰੋ ਔਰ ਸਾਨੂੰ ਸਮਾਧਾਨ ਦਿਓ ਜਦੋਂ ਵੀ ਤੁਹਾਡੇ ਕੋਲੇ ਟਾਈਮ ਬਚਦਾ ਹੈ, ਤਾਂ ਅਸੀਂ ਉਸੇ ਨਾਲ ਹੀ ਸਾਰਾ ਕੁਝ ਕਰਾਂਗੇ। ਤੁਹਾਡੀ ਮਦਦ ਹੀ ਸਾਡੇ ਲਈ ਬਹੁਤ ਵੱਡਾ ਸਹਿਯੋਗ ਹੈ। ਤਾਂ ਸਰ ਅਸੀਂ ਬੱਚਿਆਂ ਦੀ ਆਊਟਲੁੱਕ, ਜਿਸ ਤਰ੍ਹਾਂ ਤੁਸੀਂ ਯੂਨੀਫਾਰਮ ਦੀ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਅਸੀਂ ਉਹਨਾਂ ਦੀ ਯੂਨੀਫਾਰਮ ਚੇਂਜ ਕੀਤੀ ਸੀ। ਜਦੋਂ ਅਸੀਂ ਯੂਨੀਫਾਰਮ ਚੇਂਜ ਕੀਤੀ ਸੀ ਤਾਂ ਉਦੋਂ ਬਹੁਤ ਸਾਰੇ ਲੋਕਾਂ ਨੇ ਸਾਨੂੰ ਸਵਾਲ ਕੀਤਾ ਸੀ ਵੀ ਤੁਸੀਂ ਵਾਈਟ ਯੂਨੀਫਾਰਮ ਕਿਉਂ ਰੱਖ ਰਹੇ ਹੋ ਸ਼ਰਟ, ਬੱਚੇ ਗੰਦੇ ਕਰ ਲੈਣਗੇ, ਇਹਨਾਂ ਦੇ ਪੇਰੈਂਟਸ ਨੂੰ ਇਹ ਸੰਭਾਲਣਾ ਨਹੀਂ ਆਉਂਦਾ, ਉਹਨਾਂ ਨੂੰ ਸਾਫ਼ ਨਹੀਂ ਕਰਨਾ ਆਉਂਦਾ। ਔਰ ਸਰ ਅੱਜ ਵੀ ਸਾਡੇ ਬੱਚੇ ਨਾ, ਮੈਂ ਕਹਿੰਦਾ ਹਲੇ ਸਾਡੀ ਆਪਣੀ ਸ਼ਰਟ ਗੰਦੀ ਹੋ ਪਰ ਬੱਚਿਆਂ ਦੀ ਸ਼ਰਟ ਉਹ ਗੰਦੀ ਨਹੀਂ ਹੁੰਦੀ। ਬੱਚੇ ਪੇਰੈਂਟਸ ਬੜੇ ਅਵੇਅਰ ਹੈ। ਆਪਾਂ ਨੂੰ ਵਹਿਮ ਸੀ ਇਸ ਗੱਲ ਦਾ, ਸਾਨੂੰ ਵਹਿਮ ਸੀ ਕਿ ਉਹਨਾਂ ਨੇ ਇਹਨਾਂ ਨੂੰ ਸਾਫ਼ ਸੁਥਰਾ ਨਹੀਂ ਰੱਖਣਾ। ਉਹਨਾਂ ਨੂੰ ਤਾਂ ਚਾਹ ਚੜ ਗਿਆ
ਜਦੋਂ ਇਸ ਤਰ੍ਹਾਂ ਦੀ ਅਸੀਂ ਉਹਨਾਂ ਨੂੰ ਯੂਨੀਫਾਰਮ ਪ੍ਰੋਵਾਈਡ ਕੀਤੀ। ਔਰ ਸਰ ਸਰਦੀਆਂ ਦੇ ਵਿੱਚ ਅਸੀਂ ਬਲੇਜ਼ਰ ਵਗੈਰਾ ਵੀ ਸਾਡੇ ਬੱਚਿਆਂ ਕੋਲ ਹੁੰਦੇ ਆ, ਤਾਂ ਕਿ ਉਹਨਾਂ ਦਾ ਜਿਹੜਾ ਸਟੈਂਡਰਡ ਹੈ ਜਾਂ ਉਹ ਇਸ ਚੀਜ਼ ਦੇ ਹੈਬਚੁਅਲ ਹੋ ਜਾਣ, ਉਹਨਾਂ ਨੂੰ ਇਹ ਰਹਿਣਾ ਸਹਿਣਾ ਪਹਿਨਣਾ ਆ ਜਾਵੇ। ਇਸ ਕਰਕੇ ਅਸੀਂ ਉਹ ਚੀਜ਼ਾਂ ਵੀ ਇਹਦੇ ਵਿੱਚ ਇਨਵੋਲਵ ਕੀਤੀਆਂ। ਬੱਚੇ 'ਚ ਕੌਨਫੀਡੈਂਸ ਡਿਵੈਲਪ ਹੁੰਦਾ ਹੈ ਆਪਣੀ ਡਰੈਸ ਦੇ ਨਾਲ। ਔਰ ਸਰ ਜਿਹੜਾ ਤੁਸੀਂ ਗੱਲ ਕੀਤੀ ਸੀ ਕਿ ਇਹ ਯੂਨੀਫਾਰਮ ਇਹਨਾਂ ਦੀ ਵਧੀਆ ਸਾਫ਼ ਸੁਥਰੀ ਹੁੰਦੀ ਹੈ, ਇਸ ਤਰ੍ਹਾਂ ਲੱਗਦਾ ਕਿ ਨਵੀਂ ਹੈ। ਅਸੀਂ ਇੱਕ ਸਰ ਇਹ ਮਦਰ ਗਰੁੱਪ ਬਣਾਇਆ ਹੋਇਆ ਆਪਣੇ ਸਕੂਲ ਦੇ ਵਿੱਚ। ਉਹਦੇ ਵਿੱਚ ਕੁਛ ਜਿਹੜੀਆਂ ਸਿਲਾਈ ਕਢਾਈ ਕਰਨ ਵਾਲੀਆਂ ਮਦਰਸ ਨੂੰ ਇਨਵੋਲਵ ਕੀਤਾ ਹੈ। ਅਸੀਂ ਮਹੀਨੇ ਦੇ ਵਿੱਚ 2 ਵਾਰ ਉਹਨਾਂ ਨੂੰ ਸਕੂਲ ਦੇ ਵਿੱਚ ਬੁਲਾਉਣੇ ਆ। ਸਾਡੇ ਕੋਲ ਸਟਿਚਿੰਗ ਮਸ਼ੀਨ ਹੈ, ਉਹ ਬਟਨ ਵਗੈਰਾ ਹੁੱਕਾਂ ਜੋ ਕੁਛ ਵੀ ਯੂਨੀਫਾਰਮ ਵਾਸਤੇ ਮਟੀਰੀਅਲ ਚਾਹੀਦਾ ਉਹ ਅਸੀਂ ਰੱਖਿਆ ਹੋਇਆ ਹੈ। ਤਾਂ ਅਸੀਂ 15 ਦਿਨ ਬਾਅਦ ਉਹਨਾਂ ਦੀ ਜਿਹੜੀ ਕੋਈ ਰਿਪੇਅਰ ਕਰਨ ਵਾਲਾ ਹੁੰਦਾ, ਕੋਈ ਬਟਨ ਲੱਗਣ ਵਾਲਾ ਹੈ ਜਾਂ ਉਹਨਾਂ ਦੀ ਕੋਈ ਸਟਿਚਿੰਗ ਕਰਨ ਵਾਲੀ ਹੁੰਦੀ ਹੈ, ਉਹਨਾਂ ਦੀ ਯੂਨੀਫਾਰਮ ਨੂੰ ਅਸੀਂ ਰਿਪੇਅਰ ਕਰਦੇ ਹਾਂ। ਅਸੀਂ ਸਾਰੇ ਯੂਨੀਫਾਰਮ, ਸ਼ੂਜ਼, ਸੌਕਸ, ਸ਼ਰਟ, ਪੈਂਟ, ਨਿੱਕਰ, ਸਕਰਟ, ਟਾਈ, ਬੈਲਟ, ਇਹ ਸਾਰੀਆਂ ਚੀਜ਼ਾਂ ਸਰਪਲਸ ਅਸੀਂ ਸਟਾਕ ਦੇ ਵਿੱਚ ਰੱਖਦੇ ਹਾਂ। ਔਰ ਉਹ ਬੱਚੇ ਨੂੰ ਜਿਸ ਨੂੰ ਵੀ ਜਦੋਂ ਵੀ ਲੋੜ ਹੁੰਦੀ ਹੈ, ਸਾਨੂੰ ਮਹਿਸੂਸ ਹੁੰਦਾ ਹੈ ਕਿ ਇਹਦੀ ਆਹ ਚੀਜ਼ ਖਰਾਬ ਹੋ ਗਈ, ਤਾਂ ਅਸੀਂ ਉਹਨੂੰ ਉੱਥੋਂ ਪ੍ਰੋਵਾਈਡ ਕਰਾਉਂਦੇ ਹਾਂ। ਔਰ ਉਹਦੇ ਵਾਸਤੇ ਅਸੀਂ ਫੰਡਸ ਕਿਵੇਂ ਅਰੇਂਜ ਕਰਦੇ ਹਾਂ, ਅਸੀਂ ਇੱਕ ਵਾਰ ਉਹ ਸਾਰਾ ਸਮਾਨ ਆਪ ਲਿਆ ਕੇ ਰੱਖ ਲੈਂਦੇ ਹਾਂ। ਔਰ ਉਸ ਤੋਂ ਬਾਅਦ ਜੇ ਕੋਈ ਦਾਨੀ ਸੱਜਣ ਸਾਨੂੰ ਮਿਲ ਜਾਂਦਾ ਉਸ ਦੇ ਵਿੱਚ ਕੰਟਰੀਬਿਊਟ ਕਰਨ ਵਾਸਤੇ, ਤਾਂ ਅਸੀਂ ਉਹਨਾਂ ਦਾ ਸਹਿਯੋਗ ਲੈ ਲੈਂਦੇ ਹਾਂ। ਇਸ ਤੋਂ ਬਾਅਦ ਮੈਂ ਕਲਾਸਰੂਮ ਦੀ ਗੱਲ ਕਰਾਂਗਾ ਕਿ ਤੁਸੀਂ ਕਲਾਸਰੂਮ ਦੀ ਵੀ ਗੱਲ ਕੀਤੀ ਹੈ। ਅਸੀਂ ਸ਼ੁਰੂ ਦੇ ਵਿੱਚ ਦੇਖਿਆ ਜਦੋਂ ਆ ਕੇ ਕਿ ਯਾਰ ਅਸੀਂ ਇੱਕ ਸੁਪਨਿਆਂ ਦਾ ਸਕੂਲ ਬਣਾਉਣਾ ਹੈ, ਵਧੀਆ ਬਣਾਉਣਾ ਹੈ। ਔਰ ਜਿਹੜੀਆਂ ਲੋਕਾਂ ਦੇ ਦਿਮਾਗ ਦੇ ਵਿੱਚ ਸਰਕਾਰੀ ਸਕੂਲਾਂ ਦੇ ਪ੍ਰਤੀ ਲਿਮਿਟੇਸ਼ਨਸ ਬਣੀਆਂ ਹੋਈਆਂ ਉਹ ਅਸੀਂ ਤੋੜਨੀ ਹੈ। ਔਰ ਕੱਲਾ ਆਪਣੇ ਸਕੂਲ ਤੇ ਨਹੀਂ ਤੋੜਨੀ ਹੈ, ਥਰੂ ਪੰਜਾਬ ਸਾਰੇ ਸਕੂਲਾਂ ਦੇ ਵਿੱਚ ਸਾਡੀ ਇੱਛਾ ਹੈ ਵੀ ਸਾਰੇ ਜਣੇ ਹੀ ਇਸੇ ਤਰ੍ਹਾਂ ਕੰਮ ਕਰਨ। ਕਲਾਸਰੂਮ ਦੇ ਐਟਮੋਸਫੀਅਰ ਜੋ ਹੈ ਉਹ ਬਹੁਤ ਕਾਊਂਟ ਕਰਦਾ ਹੈ ਕਿ ਬੱਚੇ ਦੀ ਜਿਹੜੀ ਕਪੈਸਿਟੀ ਹੈ, ਉਹਦੀ ਲਰਨਿੰਗ ਕਪੈਸਿਟੀ ਨੂੰ ਇਨਕਰੀਜ਼ ਕਰਨ ਵਾਸਤੇ। ਤਾਂ ਅਸੀਂ ਉਹਨਾਂ ਨੂੰ ਕੰਫਰਟੇਬਲੀ ਪ੍ਰੋਪਰ ਲਾਈਟ, ਪ੍ਰੋਪਰ ਏਅਰ ਇਹ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਸਰ ਇਸ ਤੋਂ ਇਲਾਵਾ ਅਸੀਂ ਸਟੇਸ਼ਨਰੀ ਜੋ ਹੈ, ਕਾਪੀ ਹੈ, ਪੈਨਸਿਲ ਹੈ, ਇਰੇਜ਼ਰ ਹੈ, ਅਸੀਂ ਇੱਕ ਇਮਾਨਦਾਰੀ ਦੀ ਦੁਕਾਨ ਬਣਾਈ ਹੋਈ ਹੈ ਸਾਡੇ ਸਕੂਲ ਦੇ ਵਿੱਚ। ਅਸੀਂ ਉੱਥੇ ਕੀ ਕਰਦੇ ਹਾਂ ਵੀ ਵਧੀਆ ਬ੍ਰਾਂਡ, ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਲੋਕ ਹੈ, ਬੱਚੇ ਹੈ, ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਅਸੀਂ ਕਿਹੜੇ ਬ੍ਰਾਂਡ ਦੀ ਚੀਜ਼ ਸਾਡੇ ਲਈ ਬੈਨੀਫੀਸ਼ੀਅਲ ਹੈ ਜਾਂ ਸਾਨੂੰ ਸਸਤੀ ਪਊ ਜਾਂ ਡਿਊਰੇਬਲ ਹੈ। ਅਸੀਂ ਕੁਛ ਚੀਜ਼ਾਂ ਜਿਹੜੀਆਂ ਹੈ ਉਹਦੇ ਚੋਂ ਕਾਪੀ, ਪੈਨਸਿਲ, ਇਰੇਜ਼ਰ, ਉਹ ਚੀਜ਼ਾਂ ਕੁਛ ਅਸੀਂ ਆਪਣੇ ਕੋਲ ਲਿਆ ਕੇ ਰੱਖਦੇ ਹਾਂ, ਨੋ ਪ੍ਰੋਫਿਟ ਨੋ ਲਾਸ ਤੇ। तो ਬੱਚੇ ਉੱਥੋਂ ਇਮਾਨਦਾਰੀ ਦੀ ਦੁਕਾਨ ਹੈ, ਬੱਚੇ ਆਪਣੇ ਆਪ ਉਹ ਪੈਸੇ ਪਾਉਂਦੇ ਆ ਉੱਥੇ ਔਰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹ ਲੈ ਲੈਂਦੇ ਆ। ਔਰ ਇੱਕ ਵੱਡਾ ਬੱਚਾ ਉਹਨਾਂ ਦੀ ਗਾਈਡੈਂਸ ਵਾਸਤੇ, ਉਹਨਾਂ ਦੀ ਹੈਲਪ ਵਾਸਤੇ ਉੱਥੇ ਕੋਲ ਹੁੰਦਾ ਹੈ। ਔਰ ਜਿੰਨੇ ਕੁ ਪੈਸੇ ਉਹ ਇਕੱਠੇ ਹੁੰਦੇ ਆ ਉਹਦੇ ਵਿੱਚ ਕੁਛ ਅਸੀਂ ਆਪਣੇ ਕੋਲੋਂ ਪਾ ਕੇ ਅਸੀਂ ਹੋਰ ਜਿਹੜੀ ਸਮਾਨ ਲਿਆ ਕੇ ਉਹਨਾਂ ਵਾਸਤੇ ਉੱਥੇ ਰੱਖ ਦਿੰਦੇ ਹਾਂ। ਮੈਂ ਇੱਥੇ ਇੱਕ ਐਗਜ਼ਾਮਪਲ ਦੇਵਾਂਗਾ ਸਰ। 2008 ਦੇ ਵਿੱਚ ਜਦੋਂ ਅਸੀਂ ਆਏ ਸੀ ਤਾਂ ਸਾਡੀ ਪੜ੍ਹੋ ਪੰਜਾਬ ਟੀਮ ਵੱਲੋਂ ਬਹੁਤ ਸਾਰਾ ਮਟੀਰੀਅਲ ਪ੍ਰੋਵਾਈਡ ਕੀਤਾ ਗਿਆ ਸੀ। ਸ਼ਬਦ ਕਾਰਡ, ਵਰਡ ਕਾਰਡ, ਮੁਹਾਰਨੀ ਕਾਰਡ ਔਰ ਕਰੰਸੀ ਨੋਟਸ ਸੀ, ਟ੍ਰੇਡ ਕਾਰਡ ਸੀ। ਇਹ ਕਾਫੀ ਸਾਰਾ ਮਟੀਰੀਅਲ ਜਿਹੜਾ ਹੈ ਉਹ ਪ੍ਰੋਵਾਈਡ ਕਰਵਾਇਆ ਗਿਆ ਸੀ। ਔਰ ਉਸ ਤਰ੍ਹਾਂ ਇਹ ਵੀ ਇੰਸਟਰਕਸ਼ਨਸ ਆਈਆਂ ਸੀ ਵੀ ਇਹਨੂੰ ਯੂਜ਼ ਕਰੋ, ਡਿਸਪੋਜ਼ ਕਰੋ ਜਾਂ ਜੋ ਵੀ ਹੈ ਵੀ ਇਹਨੂੰ ਯੂਜ਼ ਕਰੋ ਵੱਧ ਤੋਂ ਵੱਧ। ਅੱਛਾ, ਅਸੀਂ ਉਸ ਟਾਈਮ ਅਗਰ ਉਹ 2008 ਦਾ ਉਹ ਸਾਰਾ ਮਟੀਰੀਅਲ ਸਾਡੇ ਕੋਲ ਅੱਜ ਵੀ ਅਵੇਲੇਬਲ ਹੈ। ਉਹ ਮਟੀਰੀਅਲ ਜੇ ਅਸੀਂ ਉਹਨੂੰ ਯੂਜ਼ ਕਰਕੇ ਉਹਨੂੰ ਖਤਮ ਕਰ ਦਿੰਦੇ ਤਾਂ ਅੱਜ ਅਸੀਂ ਉਸ ਤੋਂ ਵਾਂਝੇ ਰਹਿ ਜਾਂਦੇ, ਕਿਉਂਕਿ ਉਹ ਜਿਹੜਾ ਮਟੀਰੀਅਲ ਉਹ ਇੰਨਾ ਕੁ ਯੂਜ਼ਫੁਲ ਸੀ, ਅੱਜ ਉਹ ਮਾਰਕੀਟ 'ਚੋਂ ਨਹੀਂ ਮਿਲਦਾ। ਸਾਡੇ ਕੋਲ ਕਰੰਸੀ ਨੋਟਸ ਵੀ ਹੈ, ਸਾਡੇ ਕੋਲ ਟ੍ਰੇਡ ਕਾਰਡਸ ਵੀ ਹੈ, ਸ਼ਬਦ ਕਾਰਡ ਵੀ ਹੈ। ਅਸੀਂ ਇਹ ਨਹੀਂ ਵੀ ਉਹਨਾਂ ਨੂੰ ਯੂਜ਼ ਨਹੀਂ ਕੀਤਾ, ਸਿਰਫ ਅਸੀਂ ਡੱਬੇ 'ਚ ਬੰਦ ਕਰਕੇ ਰੱਖ ਲਿਆ, ਨਹੀਂ, ਅਸੀਂ ਉਹਨਾਂ ਨੂੰ ਬਹੁਤ ਯੂਜ਼ ਕੀਤਾ ਹੈ। ਸਾਡੇ ਬੱਚੇ ਵੀ ਅਵੇਅਰ ਹੈ ਕਿ ਅਸੀਂ ਚੀਜ਼ ਨੂੰ ਸੰਭਾਲਣਾ ਹੈ ਔਰ ਸਾਡੇ ਟੀਚਰ ਵੀ ਅਵੇਅਰ ਹੈ ਵੀ ਅਸੀਂ ਯੂਜ਼ ਕਰਨ ਤੋਂ ਬਾਅਦ ਇਹਨੂੰ ਅਸੀਂ ਸੰਭਾਲਣਾ ਹੈ। ਇੱਕ ਅਸੀਂ ਜਦੋਂ ਸਕੂਲ ਦੇ ਵਿੱਚ ਆਏ ਸੀ ਤਾਂ ਬੱਚਿਆਂ ਨੂੰ ਅਸੀਂ ਸਟਾਰਟ ਕੀਤਾ ਕੰਮ ਕਰਾਉਣਾ। ਔਰ ਸਰ ਉਸ ਸਮੇਂ ਪੜ੍ਹੋ ਪੰਜਾਬ ਦੀ ਟੀਮ ਤੋਂ ਸਾਨੂੰ ਇਸ ਚੀਜ਼ ਦਾ ਬੜਾ ਗਿਆਨ ਮਿਲਿਆ ਕਿ ਬੱਚਿਆਂ ਨੂੰ ਕਿਵੇਂ ਪੜ੍ਹਾਉਣਾ ਹੈ, ਟੀਚਿੰਗ ਮੈਥਡਸ ਕੀ ਹੈ ਔਰ ਕਿਹੜੀਆਂ ਚੀਜ਼ਾਂ ਪਹਿਲਾਂ, ਕਿਹੜੀਆਂ ਬਾਅਦ ਦੇ ਵਿੱਚ। ਉਹ ਸਾਨੂੰ ਇਸ ਚੀਜ਼ ਦਾ ਬੜਾ ਸਹਿਯੋਗ ਮਿਲਿਆ ਸੀ ਜਦੋਂ ਅਸੀਂ ਕੰਮ ਸਟਾਰਟ ਕੀਤਾ ਸੀ। ਤਾਂ ਉਦੋਂ ਸਰ ਕੀ ਹੋਇਆ ਨਾ ਕਿ ਬੱਚਿਆਂ ਦਾ ਲੈਵਲ ਅੱਡੋ ਅੱਡ ਸੀ। ਕਿਸੇ ਦਾ ਕੋਈ ਬੱਚਾ ਹੁਸ਼ਿਆਰ ਸੀ, ਕੋਈ ਥੋੜਾ ਜਿਹਾ ਵੀਕ ਸੀ।
ਤਾਂ ਉਹਨਾਂ ਸਾਰਿਆਂ ਨੂੰ ਬਰਾਬਰ ਕਰਨਾ ਸੀ। ਜੇ ਅਸੀਂ ਇੱਕ ਹੁਸ਼ਿਆਰ ਬੱਚੇ ਵੱਲ ਜਾਂਦੇ ਸੀ ਤਾਂ ਵੀਕ ਹੈ ਜਿਹੜਾ ਉਹ ਪਿੱਛੇ ਰਹਿੰਦਾ ਸੀ। ਵੀਕ ਬੱਚੇ ਨੂੰ ਜ਼ਿਆਦਾ ਟਾਈਮ ਦੇਣ ਦੀ ਲੋੜ ਸੀ। ਤਾਂ ਉਦੋਂ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਸੀ ਕਿ ਵੀ ਯਾਰ ਕੋਈ ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਹੈ ਵੀ ਬੱਚਾ ਉਹਨੂੰ ਸੁਣ ਕੇ ਜਾਂ ਦੇਖ ਕੇ ਆਪਣੇ ਆਪ ਹੀ ਕੰਮ ਕਰੀ ਜਾਵੇ ਤੇ ਮੈਂ ਉਹਨਾਂ ਟਾਈਮ ਦੂਸਰੇ ਬੱਚੇ ਤੇ ਲਾ ਲਾਂ। ਤਾਂ ਸਰ ਉੱਥੋਂ ਨਾ ਅਸੀਂ ਇੱਕ ਲਿਸਨਿੰਗ ਲੈਬ ਜਿਹੜੀ ਹੈ ਉਹਦੇ ਬਾਰੇ ਅਸੀਂ ਜਦੋਂ ਪਤਾ ਕੀਤਾ ਤਾਂ ਕਿ ਬੱਚਾ ਹੈਡਫੋਨ ਲਾ ਕੇ ਬੈਠ ਕੇ ਤੇ ਉਹ ਆਪਣੇ ਆਪ ਕੰਮ ਕਰੀ ਜਾਵੇ। ਤਾਂ ਜਦੋਂ ਅਸੀਂ ਮਾਰਕੀਟ ਚੋਂ ਪਤਾ ਕੀਤਾ ਤਾਂ ਉਹ ਜਿਹੜਾ ਸੀ ਸਰ ਕੋਈ ਬ੍ਰਾਂਡ ਦਾ, ਕਿਸੇ ਵੀ ਬ੍ਰਾਂਡ ਦਾ 40-45 ਹਜ਼ਾਰ ਰੁਪਏ ਦਾ ਆਪਰੇਟਸ ਸੀ ਉਹ। ਤੇ ਸਾਡਾ ਬੜਾ ਮਨ ਖਰਾਬ ਹੋਇਆ ਕਿ ਇੰਨੇ ਪੈਸੇ ਤਾਂ ਸਾਡੇ ਕੋਲ ਹੈ ਨਹੀਂ। ਤਾਂ ਸਰ ਸੇਮ ਡੇ ਹੀ ਅਸੀਂ ਉਹੀ ਚੀਜ਼ ਨੂੰ 1200 ਰੁਪਏ ਦੇ ਵਿੱਚ ਬਣਾਇਆ ਸਰ, ਲਿਸਨਿੰਗ ਲੈਬ ਨੂੰ। ਔਰ ਉਹ 1200 ਰੁਪਏ ਦੇ ਵਿੱਚ 30 ਹੈਡਫੋਨ ਵਾਲੀ ਅਸੀਂ ਉਹ ਲੈਂਗੁਏਜ ਲੈਬ ਬਣਾਈ। ਉਹਦਾ ਅਸੀਂ ਯੂਜ਼ ਕਿਵੇਂ ਕਰਦੇ ਸੀ, ਜਿਹੜੇ ਵੀਕ ਬੱਚੇ ਸੀ ਅਸੀਂ ਉਹਨਾਂ ਤੇ ਟਾਈਮ ਸਾਨੂੰ ਵੱਧ ਚਾਹੀਦਾ ਸੀ, ਉਹਨਾਂ ਨੂੰ ਡਰਿਲ ਵਰਕ ਕਰਾਉਣ ਲਈ ਸਾਨੂੰ ਟਾਈਮ ਵੱਧ ਚਾਹੀਦਾ ਸੀ, ਜਿਸ ਤਰ੍ਹਾਂ ਕਿ ਮੁਹਾਰਨੀ ਹੋ ਗਈ ਜਾਂ ਪਹਾੜੇ ਹੋ ਗਏ ਜਾਂ ਜੋ ਵੀ ਹੈ। ਤਾਂ ਅਸੀਂ ਨਾ ਸਾਡੇ ਟੀਚਰ ਅਸੀਂ ਆਪਣੀ ਆਵਾਜ਼ ਦੇ ਵਿੱਚ ਆਪਣੇ ਫੋਨ 'ਚ ਰਿਕਾਰਡਿੰਗ ਕਰ ਲੈਂਦੇ ਸੀ। ਲੈਂਗੁਏਜ ਲੈਬ ਨਾਲ ਸਾਡਾ ਫੋਨ ਰਿਕਾਰਡ ਕਰਕੇ ਜਿੰਨੇ ਵੀ 5, 7, 10 ਬੱਚੇ ਹੁੰਦੇ ਸੀ ਉਹਨਾਂ ਨੂੰ ਅਸੀਂ ਉੱਥੇ ਬਿਠਾ ਦਿੰਦੇ ਸੀ ਔਰ ਉਹ ਬੱਚੇ ਆਪਣੇ ਆਪ ਹੀ ਲਿਸਨ ਐਂਡ ਰਿਪੀਟ, ਵੀ ਬੋਲਣਾ ਥੋੜੀ ਜਿਹੀ ਜਗ੍ਹਾ ਛੱਡਦੇ ਨਹੀਂ, ਉਹ ਬੱਚੇ ਆਪਣੇ ਆਪ ਹੀ ਪਿੱਛੇ ਬੋਲਦੇ ਰਹਿੰਦੇ ਸੀ। ਉਹਦਾ ਕੀ ਹੋਇਆ, ਉਹਦਾ ਨਤੀਜਾ ਕੀ ਨਿਕਲਿਆ ਸਰ ਕਿ ਇੱਕ ਤਾਂ ਉਹਦਾ ਆਊਟਪੁੱਟ ਜਿਹੜਾ ਸੀ ਉਸ ਚੀਜ਼ ਦਾ ਬਹੁਤ ਥੋੜੇ ਸਮੇਂ ਦੇ ਵਿੱਚ ਜ਼ਿਆਦਾ ਮਿਲਿਆ ਔਰ ਇੱਕ ਟੀਚਰ ਦਾ ਟਾਈਮ ਸੇਵ ਹੋਇਆ। ਤਾਂ ਸਰ ਉਹ ਅੱਜ ਤੱਕ ਵੀ 8-9 ਸਾਲ ਹੋ ਗਏ ਅਸੀਂ ਉਸ ਲੈਂਗੁਏਜ ਲੈਬ ਨੂੰ ਯੂਜ਼ ਕਰਦੇ ਇੰਗਲਿਸ਼ ਪ੍ਰੋਨਾਂਸੀਏਸ਼ਨ ਵਾਸਤੇ, ਵੀਕ ਬੱਚਿਆਂ ਵਾਸਤੇ। ਔਰ ਅਸੀਂ ਥਰੂ ਆਊਟ ਪੰਜਾਬ ਬਹੁਤ ਸਾਰੇ ਸਕੂਲਾਂ ਨੂੰ ਉਹ ਲੈਂਗੁਏਜ ਲੈਬ ਬਣਾ ਕੇ ਵੀ ਦਿੱਤੇ, ਕਿਉਂਕਿ ਹੁਣ ਉਹ ਸਾਡੇ ਕੋਲ ਆਪਣੇ ਕੋਲ ਹੀ ਮਕੈਨਿਕ ਹੈ, ਸਾਡੀ ਟੀਮ ਦਾ ਇੱਕ ਮੈਂਬਰ ਹੈ ਕਿ ਜਿਹੜਾ ਉਹ ਬਣਾ ਲੈਂਦਾ ਹੈ ਸਸਤੇ ਰੇਟ ਦੇ ਵਿੱਚ। ਔਰ ਉਹਦਾ ਨਾਲ ਅਸੀਂ ਮਟੀਰੀਅਲ ਵੀ ਸਰ ਪ੍ਰੋਵਾਈਡ ਕਰਦੇ ਹਾਂ ਹੋਰ ਸਕੂਲਾਂ ਦੇ ਟੀਚਰਸ ਨੂੰ, ਵੀ ਉਹਨਾਂ ਨੂੰ ਇੱਕ ਵਾਰ ਗਾਈਡੈਂਸ ਮਿਲ ਜੇ ਫਿਰ ਉਸ ਤੋਂ ਬਾਅਦ ਉਹ ਆਪਣੇ ਆਪ ਬਣਾ ਲੈਣ। वेरी गुड राजेंद्र। अच्छा राजेंद्र, एक चीज मैं और ਤੁਹਾਨੂੰ ਮੈਂ ਪੁੱਛਣੀ ਚਾਹਾਂਗਾ, ਰਾਦਰ ਮੈਂ ਬਾਕੀ ਆਪਣੇ ਟੀਚਰ ਸਾਹਿਬਾਨ ਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ। ਬਹੁਤ ਸਾਰੇ ਲੋਕ ਇਹ ਸਵਾਲ ਕਰਦੇ हैं ਸਾਡੇ ਤੋਂ ਵੀ कि जी जो डिपार्टमेंट एक बच्चे की फोटो यूज कर रहा है एज ए ब्रांड और वो मेरी जो डीपी है, मेरी डीपी ते भी मैं उसी बच्चे की फोटो ਨੂੰ ਲਗਾਇਆ ਹੋਇਆ ਹੈ। ਜਦੋਂ ਵੀ ਕੋਈ ਨਵੀਂ ਚੀਜ਼ ਹੁੰਦੀ ਹੈ तो कोई भी ਅਸੀਂ ਉਸੇ ਬੱਚੇ ਦੀ ਜਾਂ ਉਸੇ ਤੋਂ ਐਕਟੀਵਿਟੀ ਕਰਾ ਕੇ ਉਸੇ ਨੂੰ ਅਸੀਂ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਛਾ। तो बहुत लोग पहले ये पूछते थे कि ये बच्चा ये शायद किसी प्राइवेट स्कूल का है और ये इन्होंने फोटो इतना या गूगल तो फड़ के या और कितों लेके लगा ली। मैं उन्होंने सारे की जानकारी लिए दसना चाहूँगा। वो जो बच्चा है, बच्चे का नाम जसनीत है। बच्चा राजेंद्र के स्कूल का है। हाँ जी सर। राजेंद्र, तुसी उस बच्चे के बारे कुछ दसना चाहोगे? सर हाँ जी बिल्कुल सर। वो बच्चा बहुत लक्की बच्चा है, अपने पेरेंट्स ਲਈ ਵੀ ਔਰ ਸਾਡੇ ਸਕੂਲ ਲਈ ਵੀ ਅਸੀਂ ਉਸ ਨੂੰ ਮੰਨਦੇ ਹਾਂ। ਬਿਲਕੁਲ ਠੀਕ। ਉਹ ਬੱਚਾ ਸਰ ਹੁਣ ਇਹ ਸੈਸ਼ਨ ਦੇ ਵਿੱਚ 2020 ਦੇ ਵਿੱਚ ਉਹ ਫਸਟ ਕਲਾਸ ਦੇ ਵਿੱਚ ਹੋਇਆ ਹੈ ਤੇ ਪਿਛਲੇ 2 ਸਾਲ ਤੋਂ ਉਹ ਸਾਡੇ ਕੋਲ ਬੱਚਾ ਹੈ। ਔਰ ਵੱਡੀ ਗੱਲ ਸਰ ਇਹ ਹੈ ਵੀ ਉਹ ਘਰਦਿਆਂ ਦਾ ਇਕਲੌਤਾ ਬੱਚਾ ਹੈ ਔਰ ਲੜਕੀ ਹੈ। ਉਹ ਇੱਕ ਜਨਰਲ ਫੈਮਿਲੀ ਨੂੰ ਬਿਲੋਂਗ ਕਰਦੇ ਹੈ। ਉਹਨਾਂ ਦਾ ਜਿਹੜਾ ਕਿੱਤਾ ਹੈਗਾ ਉਹ ਐਗਰੀਕਲਚਰ ਆ, ਉਹਦੇ ਫਾਦਰ ਐਗਰੀਕਲਚਰ ਦੇ ਵਿੱਚ ਆਪਣੀ ਖੇਤੀ ਕਰਦੇ ਹੈ ਔਰ ਇੱਕ ਨਾਰਮਲ ਜੀ ਫੈਮਿਲੀ ਹੈ। ਬੱਚਾ ਬਹੁਤ ਵਧੀਆ ਹੈ, ਉਹ 2 ਸਾਲ ਤੋਂ ਸਾਡੇ ਕੋਲ ਹੈ, ਬਹੁਤ ਬ੍ਰਿਲੀਅੰਟ ਬੱਚਾ ਹੈ ਸਰ ਉਹ। ਔਰ ਉਹਨਾਂ ਦੇ ਪੇਰੈਂਟਸ ਦੀ ਜਿਹੜੇ ਹੈ ਉਹ ਕਹਿੰਦੇ ਵੀ ਉਹਨਾਂ ਕੋਲੇ ਹੋਰ ਕੋਈ ਬੱਚਾ ਨਹੀਂ, ਇੱਕੋ ਲੜਕੀ ਹੈ। ਉਹ ਕਹਿੰਦੇ ਵੀ ਸਾਨੂੰ ਇਹ ਲੜਕੀ ਹੀ ਸਾਨੂੰ ਲੜਕਿਆਂ ਦੇ ਬਰਾਬਰ ਲੱਗਦੀ ਹੈ, ਵੀ ਸਾਨੂੰ ਕਦੇ ਵੀ ਇਹ ਨਹੀਂ ਮਹਿਸੂਸ ਹੋਈ ਵੀ ਸਾਡੇ ਬੇਟਾ ਨਹੀਂ ਹੈ, ਬੇਟੀ ਕਿਉਂ ਹੈ, ਔਰ ਸਾਨੂੰ ਸਾਡਾ ਸਾਰਾ ਕੁਝ ਹੀ ਇਹ ਹੈ। ਸੋ ਰਾਜਿੰਦਰ, ਇੱਕ ਚਲੋ ਮੈਂ ਰਿਪੀਟ ਹੀ ਕਰਾਂਗਾ, ਵੈਸੇ ਤਾਂ ਤੁਸੀਂ ਗੱਲ ਦੱਸ ਦਿੱਤੀ ਹੈ। राजेंद्र का प्रमोशन 2 बार होया है और दोनों बार इन्होंने अपना प्रमोशन फोरगो किया है। और इसी तरह ही मिसेज राजेंद्र मैडम हरिंदर ने भी, उन्होंने भी 2 बार प्रमोशन होया है और उन्होंने भी अपना ये जो प्रमोशन है वो फोरगो किया है। और राजेंद्र, थोड़ा स्कूल के टीचर्स का बड़ा एक टीम वर्क मैंने बहुत वधिया लग्या। ऑल ऑफ यू वर्क लाइक ए फैमिली मैंबर्स, तो नो डाउट तुसी हस्बैंड वाइफ थे है हो, बट बाकी जो टीचर साहबान है
सारे ही तो पूरी एक टीम मैनू बहुत ही वधिया एक टीम नज़र आई और तुहाडी जो आपस की जिहड़ी केमिस्ट्री है वो मतलब बयान नहीं की जा सकती। इस दे बारे में तुसीं कुछ दसना चाहोगे? हाँ जी सर। सर ਅਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਸੀ MSc ਫਿਜ਼ਿਕਸ ਤੇ ਸਾਡੀ 2 ਵਾਰ ਐਜ਼ ਅ ਸਾਇੰਸ ਟੀਚਰ ਮੇਰੇ ਮਿਸਿਸ ਹਰਿੰਦਰ ਕੌਰ ਉਹਨਾਂ ਦੀ ਔਰ ਮੇਰੀ 2 ਵਾਰ ਸਾਇੰਸ ਟੀਚਰ ਦੇ ਤੌਰ ਤੇ ਪ੍ਰਮੋਸ਼ਨ ਹੋਈ। ਅਸੀਂ ਦੋਨੋਂ ਵਾਰ ਡੀ ਬਾਰ ਕੀਤਾ ਕਿਉਂਕਿ ਸਾਨੂੰ ਇੱਥੇ ਕੰਮ ਕਰਨਾ ਵਧੀਆ ਲੱਗਦਾ ਹੈ। ਔਰ ਦੂਸਰੀ ਗੱਲ ਕੀ ਹੈ ਕਿ ਹਲੇ ਵੀ ਇੱਥੇ ਬਹੁਤ ਸਾਰੀਆਂ ਲਿਮਿਟੇਸ਼ਨਸ ਨੂੰ ਤਾਂ ਅਸੀਂ ਤੋੜਤਾ। ਜੋ ਲੋਕ ਕਹਿੰਦੇ ਸੀ ਸਰਕਾਰੀ ਸਕੂਲ 'ਚ ਇਹ ਕੰਮ ਨਹੀਂ ਹੋ ਸਕਦਾ ਔਰ ਹਲੇ ਵੀ ਇੱਥੇ ਕਰਨ ਵਾਲਾ ਬਹੁਤ ਕੁਝ ਸਾਨੂੰ ਲੱਗਦਾ ਹੈ ਵੀ ਜੋ ਕੁਝ ਅਸੀਂ ਚਾਹੁੰਦੇ ਹਾਂ ਹਲੇ ਉਹ ਬਾਕੀ ਹੈ ਕਰਨਾ। ਅਸੀਂ ਹਲੇ ਬਹੁਤ ਕੁਝ ਇੱਥੇ ਹੋਰ ਕਰਨਾ ਹੈ, ਇਸ ਲਈ ਸਾਡਾ ਇੱਥੇ ਰਹਿਣਾ ਬਹੁਤ ਜ਼ਰੂਰੀ ਸੀ ਔਰ ਸਾਨੂੰ ਇੱਥੇ ਕੰਮ ਕਰਨਾ, ਨਵੇਂ ਤਜਰਬੇ ਕਰਨੇ, ਨਵੀਆਂ ਚੀਜ਼ਾਂ ਬਣਾਉਣਾ ਬੱਚਿਆਂ ਵਾਸਤੇ, ਟੀਚਿੰਗ ਟੈਕਨੀਕਸ ਡਿਵੈਲਪ ਕਰਨੀਆਂ, ਉਹ ਸਾਨੂੰ ਬਹੁਤ ਵਧੀਆ ਲੱਗਦਾ ਹੈ। ਇਸ ਕਰਕੇ ਸਾਨੂੰ ਪ੍ਰਮੋਸ਼ਨ ਲੈਣਾ ਠੀਕ ਨਹੀਂ ਲੱਗਿਆ, ਅਸੀਂ ਇੱਥੇ ਰਹਿਣਾ ਹੀ ਸਾਨੂੰ ਵਧੀਆ ਲੱਗਦਾ ਹੈ। ਔਰ ਦੂਸਰੀ ਗੱਲ ਸਰ, ਸਾਡਾ ਜਿਹੜੇ ਸਟਾਫ ਦੀ ਗੱਲ ਹੈ, ਹੁਣ ਸਾਡੇ ਕੋਲ ਪਰਮਾਨੈਂਟ CHT ਆਏ ਨੇ, ਤੇ ਸਾਡੀ ਖੁਸ਼ਕਿਸਮਤੀ ਹੈ ਉਹ ਵੀ ਬਹੁਤ ਵਧੀਆ ਨੇ ਔਰ ਸਾਡਾ ਬਾਕੀ ਸਾਰਾ ਸਟਾਫ, ਸਾਡੇ ਟੀਚਰ ਜਿਹੜੇ ਹੈ ਉਹ ਸਾਰੇ ਹੀ ਬਹੁਤ ਵਧੀਆ ਕੋਆਪਰੇਟਿਵ ਨੇ ਔਰ ਸਾਨੂੰ ਸਕੂਲ ਦੀ ਹਰ ਇੱਕ ਗਤੀਵਿਧੀ ਦਾ, ਐਕਟੀਵਿਟੀ ਦਾ ਪਤਾ ਹੁੰਦਾ ਹੈ ਵੀ ਅਸੀਂ ਕੀ ਕਰ ਰਹੇ ਹਾਂ, ਸਾਰਿਆਂ ਨੂੰ ਹੀ ਵੀ ਅਸੀਂ ਕੀ ਕਰ ਰਹੇ ਹਾਂ, ਅੱਗੇ ਅਸੀਂ ਕੀ ਕਰਨਾ ਹੈ, ਕਿਹੜੀਆਂ ਚੀਜ਼ਾਂ ਸਾਡੇ ਸਕੂਲ ਲਈ ਵਧੀਆ, ਕਿਹੜੀਆਂ ਚੀਜ਼ਾਂ ਸਾਡੇ ਸਕੂਲ ਲਈ ਮਾੜੀਆਂ। ਜਦੋਂ ਕਦੇ ਸਾਡੇ CHT ਛੁੱਟੀ ਤੇ ਹੋਣ ਜਾਂ ਕੋਈ ਵੀ ਟੀਚਰ ਛੁੱਟੀ ਤੇ ਹੋਵੇ, ਕਿਸੇ ਟੀਚਰ ਨੂੰ ਉਹਨਾਂ ਦੀ ਐਬਸੈਂਸ ਦੇ ਵਿੱਚ ਕੋਈ ਫੈਸਲਾ ਲੈਣਾ ਪੈਂਦਾ ਹੈ ਤਾਂ ਉਹ ਕਦੇ ਨਾ ਹੀ ਤਾਂ ਉਹ ਡਰਦੇ ਹੈ, ਨਾ ਹੀ ਕਿਸੇ ਨੂੰ ਪੁੱਛਣ ਦੀ ਲੋੜ ਹੁੰਦੀ ਹੈ, ਉਹ ਇੰਡੀਵਿਜੂਅਲੀ ਫੈਸਲਾ ਲੈ ਲੈਂਦੇ ਹੈ ਔਰ ਇਹ ਆਜ਼ਾਦੀ ਸਾਰਿਆਂ ਨੂੰ ਹੈ। ਕੋਈ ਵੀ ਬੰਦਾ, ਇਹ ਫਿਤਰਤ ਹੁੰਦੀ ਹੈ ਜਾਂ ਆਪਣੀ ਸੋਚ ਹੁੰਦੀ ਹੈ, ਕੰਮ ਕਰਨ ਦਾ ਤਰੀਕਾ ਹੁੰਦਾ ਹੈ। ਜ਼ਿਆਦਾਤਰ ਲੋਕ ਮੈਂ ਦੇਖੇ ਹੈ ਜਿਹੜੇ ਕੰਮ ਕਰਦੇ ਹੈ ਉਹ ਆਜ਼ਾਦੀ ਦੇ ਵਿੱਚ ਹੀ ਕੰਮ ਕਰ ਸਕਦੇ ਹੈ, ਕਿਸੇ ਰਿਸਟ੍ਰਿਕਸ਼ਨਸ ਦੇ ਵਿੱਚ, ਕੰਡੀਸ਼ਨਸ ਦੇ ਵਿੱਚ ਜੇ ਉਹਨਾਂ ਨੂੰ ਕੰਮ ਕਰਨ ਨੂੰ ਕਹੀਏ ਤਾਂ ਉਹਨਾਂ ਦੀ ਐਫੀਸ਼ੀਐਂਸੀ ਡਾਊਨ ਹੋ ਜਾਂਦੀ ਹੈ। ਤਾਂ ਉਹ ਇੱਕ ਟੀਚਰ ਨੂੰ ਆਜ਼ਾਦੀ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਤੁਹਾਡਾ ਸਕੂਲ ਵਿਜ਼ਿਟ ਕੀਤਾ, ਤੁਹਾਡੇ ਸਾਰੇ ਕਲਾਸਰੂਮ ਸਮਾਰਟ ਕਲਾਸਰੂਮ ਸੀਗੇ, ਇਹ ਕੰਟੈਂਟ ਦੇ ਨਾਲ ਪੜ੍ਹਾਈ ਹੋ ਰਹੀ ਹੈ ਔਰ ਮੈਨੂੰ ਇਹ ਲੱਗਿਆ ਕਿ ਸ਼ਾਇਦ ਇਹ ਤੁਸੀਂ ਉਪਰਾਲਾ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹੋ। ਇਹਦੇ ਬਾਰੇ ਤੁਸੀਂ ਥੋੜਾ ਕੁਝ ਦੱਸਣਾ ਚਾਹੋਗੇ? ਹਾਂਜੀ ਸਰ, ਇਸ ਤਰ੍ਹਾਂ ਹੈ ਕਿ ਜਦੋਂ ਅਸੀਂ 2008 ਦੇ ਵਿੱਚ ਜੌਬ 'ਚ ਆਏ ਸੀ ਤਾਂ ਉਦੋਂ ਹੀ ਸਾਨੂੰ ਇਸ ਚੀਜ਼ ਦੀ ਲੋੜ ਮਹਿਸੂਸ ਹੁੰਦੀ ਸੀ ਕਿ ਸਾਡੇ ਕੋਲ ਸਮਾਰਟ ਕਲਾਸਰੂਮਸ ਹੋਣੇ ਚਾਹੀਦੇ ਹੈ। ਜਦੋਂ ਇਸ ਬਾਰੇ ਸਟੱਡੀ ਕੀਤਾ ਤਾਂ ਉਦੋਂ ਲੱਗਦਾ ਸੀ ਕਿ ਇਹ ਬਹੁਤ ਜ਼ਿਆਦਾ ਕਾਸਟਲੀ ਹੈ, ਕੁਛ ਕੀ ਗਿਣੇ ਚੁਣਵੇਂ ਮਹਿੰਗੇ ਸਕੂਲਾਂ ਕੋਲ ਇਹ ਸਿਸਟਮ ਹੁੰਦਾ ਸੀ। ਤੇ ਜਦੋਂ ਉਹ ਪਤਾ ਕੀਤਾ ਕਿ ਇਹ ਸਿਸਟਮ ਕੀ ਹੈ ਤਾਂ ਇਹ ਵੀਡੀਓਜ਼ ਕਿਵੇਂ ਆਉਂਦੀਆਂ, ਤਾਂ ਉੱਥੋਂ ਪਤਾ ਲੱਗਿਆ ਵੀ ਉਹ ਕਾਫੀ ਕਾਸਟਲੀ ਹੈ। ਤਾਂ ਉਹ ਜਿਹੜਾ ਸੀ ਉਸ ਟਾਈਮ ਦਿਮਾਗ ਚੋਂ ਸੀ ਕਿ ਇਹਨੂੰ ਸਸਤੇ ਤਰੀਕੇ ਨਾਲ ਅਸੀਂ ਕਿਵੇਂ ਕਰ ਸਕਦੇ। ਤਾਂ ਅਸੀਂ ਸਰ 2010 ਤੋਂ ਹੀ ਅਸੀਂ ਇੱਕ ਸਮਾਰਟ ਕਲਾਸਰੂਮ ਤਿਆਰ ਕਰ ਲਿਆ ਸੀ ਸਾਡੇ CRC ਰੂਮ ਨੂੰ ਯੂਜ਼ ਕਰਕੇ, ਉਹ 'ਚ LED ਲਾ ਕੇ। ਤਾਂ ਉਸ ਸਮੇਂ ਇਹ ਕੰਟੈਂਟ ਤਾਂ ਨਹੀਂ ਸੀ, ਬਟ ਅਸੀਂ YouTube ਤੋਂ ਉਹਦੇ ਨਾਲ ਇੱਕ ਆਪਣੇ ਸਿਲੇਬਸ ਨਾਲ ਰਿਲੇਟਡ ਵੀਡੀਓਜ਼ ਜਿਹੜੀਆਂ ਹੈ ਡਾਊਨਲੋਡ ਕਰਕੇ ਬੱਚਿਆਂ ਨੂੰ ਅਸੀਂ ਉਹ ਦਿਖਾਉਂਦੇ ਰਹੇ। ਉਦੋਂ ਤੋਂ ਅਸੀਂ ਉਸ ਨੂੰ ਯੂਜ਼ ਕਰਦੇ ਰਹੇ। ਬਟ ਹੁਣ ਸਾਡੇ ਕੋਲੇ 3 ਸਾਲ ਤੋਂ ਸਾਰੇ ਕਲਾਸਰੂਮ ਸਮਾਰਟ ਕਲਾਸਰੂਮ ਹੈ ਔਰ ਸਰ ਇਹਦੇ ਵਿੱਚ ਵੱਖਰੀ ਗੱਲ ਕੀ ਹੈ ਕਿ ਸਮਾਰਟ ਕਲਾਸਰੂਮ ਨੂੰ ਅਸੀਂ ਸਿਰਫ ਕੰਟੈਂਟ ਤੱਕ ਹੀ ਸੀਮਿਤ ਨਹੀਂ ਰੱਖਿਆ, ਉਹ ਸਾਡੇ ਵਾਸਤੇ ਇੱਕ ਗਾਈਡੈਂਸ ਸੀ, ਸਟਾਰਟਿੰਗ ਸੀ। ਅਸੀਂ ਉਸ ਨੂੰ ਉਸ ਤੋਂ ਫਰਦਰ ਆਪਣੇ ਤਰੀਕੇ ਨਾਲ, ਉਸ ਨੂੰ ਬਹੁਤ ਜ਼ਿਆਦਾ ਤਰੀਕੇ ਨਾਲ ਅਸੀਂ ਉਸ ਨੂੰ ਯੂਜ਼ ਕਰਦੇ ਹਾਂ। ਸਾਡੇ ਟੀਚਰ ਆਪਣੇ ਆਪ ਵੀਡੀਓਜ਼ ਬਣਾਉਂਦੇ ਹੈ, ਉਹਨਾਂ ਦੇ ਸਿਲੇਬਸ ਦੇ ਰਿਗਾਰਡਿੰਗ ਲਿਸਨ ਐਂਡ ਰਿਪੀਟ। ਜੇ ਟੀਚਰ ਕਲਾਸ 'ਚ ਕੁਛ ਟਾਈਮ ਐਬਸੈਂਟ ਵੀ ਹੈ ਤਾਂ ਬੱਚੇ ਆਪਣੇ ਆਪ ਉਸ ਨੂੰ ਕੰਮ ਕਰ ਸਕਣ, ਤਾਂ ਉਹ ਅਸੀਂ ਵੀਡੀਓਜ਼ ਉਹਨਾਂ ਦੀਆਂ ਆਪਣੇ ਆਪ ਬਣਾਉਣੇ ਹੈ, ਉਹਨਾਂ ਦੇ ਸਿਲੇਬਸ ਦੀਆਂ, ਤੇ ਉਹਨਾਂ ਬੱਚਿਆਂ ਨੂੰ ਅਸੀਂ ਦਿਖਾਉਣੇ ਹੈ। ਇਸ ਤੋਂ ਇਲਾਵਾ ਅਸੀਂ ਲਾਇਬ੍ਰੇਰੀ ਵੀ ਹੈ ਸਾਡੇ ਕੋਲ, ਜਿਹੜੀਆਂ ਸਾਡੀਆਂ ਲਾਇਬ੍ਰੇਰੀ ਦੀਆਂ ਬੁੱਕਸ ਹੈ ਉਹਨਾਂ ਦੀ ਵੀ ਅਸੀਂ ਵੀਡੀਓਗ੍ਰਾਫੀ ਕਰਦੇ ਹਾਂ ਤਾਂ ਕਿ ਬੱਚਿਆਂ ਨੂੰ ਉਹ ਵੀ ਦਿਖਾਈਆਂ ਜਾ ਸਕਣ, ਉਹ ਚੀਜ਼ ਵੀ ਅਸੀਂ ਨਾਲ ਬਣਾਉਣੀ ਹੈ। ਸਰ ਇਸ ਤੋਂ ਇਲਾਵਾ ਇੱਕ ਸਾਡੇ ਕੋਲ ਮਿਨੀ ਸਾਊਂਡ ਸਿਸਟਮ ਹੈ। ਇੱਕ ਤਾਂ ਸਾਡੇ ਕੋਲ ਇੰਟੈਗਰੇਟਡ ਸਾਊਂਡ ਸਿਸਟਮ ਹੈ ਜਿਹੜਾ ਕਿ ਆਫਿਸ ਤੋਂ ਸਾਰੀਆਂ ਕਲਾਸਾਂ ਨਾਲ ਜੁੜਿਆ ਹੋਇਆ ਹੈ। ਉਹਦਾ ਕਾਰਨ ਕੀ ਸੀ ਕਿ ਬੱਚੇ ਦਾ ਟਾਈਮ ਵੇਸਟ ਨਾ ਹੋਵੇ, ਅੱਧੀ ਛੁੱਟੀ ਟਾਈਮ ਜਾਂ ਸਵੇਰ ਮਾਰਨਿੰਗ ਅਸੈਂਬਲੀ ਤੋਂ ਬਾਅਦ ਜਾਂ ਪਹਿਲਾਂ, ਕਿ ਕੁਛ ਨਾ ਕੁਛ ਅਸੀਂ ਉਹ ਸਾਊਂਡ ਦੇ ਵਿੱਚ ਲਾ ਕੇ ਛੱਡ ਦਈਏ, ਕੁਛ ਟੇਬਲਸ ਲਾ ਦਈਏ, ਕੁਛ ਵਰਡਸ ਲਾ ਦਈਏ, ਕੋਈ ਮੁਹਾਰਨੀ ਲਾ ਦਈਏ,
ਤਾਂ ਬੱਚੇ ਅਨਕੌਂਸ਼ੀਅਸਲੀ ਉਸ ਨੂੰ ਸੁਣਦੇ ਫਿਰਨ ਔਰ ਉਹਨਾਂ ਦੀ ਉਹ ਚੀਜ਼ਾਂ ਦਿਮਾਗ 'ਚ ਰਹਿ ਜਾਣ। ਜਿਸ ਤਰ੍ਹਾਂ ਕਿ ਇੱਕ ਬੱਚਾ ਗਾਣਾ ਸੁਣਦਾ ਹੈ, ਉਹਨੂੰ ਲਿਖ ਕੇ ਨਹੀਂ ਯਾਦ ਕਰਦਾ, ਬਟ ਉਹ ਅਨਕੌਂਸ਼ੀਅਸਲੀ ਸੁਣਦਾ ਫਿਰਦਾ ਹੈ ਔਰ ਉਹ ਉਹਦੇ ਯਾਦ ਹੋ ਜਾਂਦਾ, ਉਹਨੂੰ ਸੁਣਾ ਦਿੰਦਾ ਹੈ। ਇੱਥੇ ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸਣਾ ਹੈ ਕਿ ਜਿਹੜੀ ਸਾਡੀ ਪ੍ਰਾਇਮਰੀ ਕਲਾਸਿਸ ਦੇ ਬਾਰੇ, ਪ੍ਰੀ ਪ੍ਰਾਇਮਰੀ ਕਲਾਸਿਸ ਦੇ ਬਾਰੇ 'ਚ ਮੈਂ ਦੱਸਣਾ ਚਾਹਾਂਗਾ ਸਰ। ਦੇਖੋ, ਪ੍ਰੀ ਪ੍ਰਾਇਮਰੀ ਕਲਾਸ ਦੇ ਵਿੱਚ ਆਪਣੇ ਕੋਲ 3 ਸਾਲ ਤੋਂ 5 ਸਾਲ ਦੇ ਬੱਚੇ ਆਉਂਦੇ ਹੈ। ਉਹ ਉਮਰ ਉਹਨਾਂ ਦੀ ਖੇਡਣ ਦੀ ਵੀ ਹੁੰਦੀ ਹੈ, ਤਾਂ ਕਿਤੇ ਇਹ ਨਾ ਹੋਵੇ ਕਿ ਆਪਾਂ ਉਹਨਾਂ ਨੂੰ ਪੜ੍ਹਾਉਣ ਦੇ ਵਿੱਚ ਉਹਨਾਂ ਦਾ ਜਿਹੜਾ ਖੇਡਣ ਵਾਲਾ ਜੀਵਨ ਹੈ ਉਸ ਨੂੰ ਰੋਲ ਦਈਏ। ਤਾਂ ਉਸ ਨੂੰ ਉੱਥੇ ਸਾਨੂੰ ਬਹੁਤ ਜ਼ਿਆਦਾ ਕੇਅਰਫੁਲ ਹੋਣਾ ਚਾਹੀਦਾ ਹੈ, ਬਹੁਤ ਜ਼ਿਆਦਾ ਕੇਅਰਫੁਲ ਬਣਨਾ ਪੈਂਦਾ ਹੈ, ਤਾਂ ਕਿ ਉਹ ਬੱਚੇ ਦਾ ਜਿਹੜਾ ਉਹ ਖੇਡਦਾ ਵੀ ਰਹੇ ਤੇ ਉਹਨੂੰ ਪਤਾ ਵੀ ਨਾ ਲੱਗੇ ਕਿ ਉਹ ਆਪਣੀ ਇਸ ਏਜ ਦੇ ਆਪਣੀ ਕਲਾਸ ਦੇ ਟੀਚੇ ਪੂਰੇ ਕਰ ਗਿਆ, ਉਹ ਟੀਚੇ ਵੀ ਪੂਰੇ ਕਰ ਜੇ। ਤਾਂ ਉਸ ਵਾਸਤੇ ਬਹੁਤ ਵਰਕ ਕਰਨਾ ਪੈਂਦਾ ਹੈ, ਨਵੀਆਂ ਟੈਕਨੀਕਸ ਜਿਹੜੀਆਂ ਹੈ ਉਹਦੇ ਵਾਸਤੇ ਦੱਸਣੀਆਂ ਪੈਂਦੀਆਂ। ਰਾਜਿੰਦਰ, ਮੈਨੂੰ ਲੱਗਦਾ ਹੈ ਕਿ ਸ਼ਾਇਦ ਤੁਸੀਂ ਘਰੇ ਹੀ ਬੈਠੇ ਹੋ। ਹਾਂਜੀ ਸਰ। ਤੇ ਮੈਡਮ ਵੀ ਹੋਣੇ, ਹਰਿੰਦਰ। ਹਾਂਜੀ ਸਰ। ਇੱਕ ਵਾਰੀ ਚਲੋ ਮੈਂ ਵੀ ਸਤਿ ਸ਼੍ਰੀ ਅਕਾਲ ਉਹਨਾਂ ਨੂੰ ਬੁਲਾਉਣਾ ਚਾਹਾਂਗਾ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਬਹੁਤ ਵਧਾਈਆਂ। ਔਰ ਜੀ ਤੁਹਾਡਾ ਜੋ ਸੈਕਰੀਫਾਈਸ ਹੈ ਤੁਹਾਡਾ ਦੋਵਾਂ ਦਾ ਹੀ, ਤੁਹਾਡਾ ਵੀ ਤੇ ਰਾਜਿੰਦਰ ਦਾ ਵੀ, ਔਰ ਮੈਂ ਕਹਾਂਗਾ ਸ਼ਾਇਦ ਤੁਹਾਡਾ ਥੋੜਾ ਜ਼ਿਆਦਾ ਹੀ ਹੋਏ। ਇਹ ਸਾਨੂੰ ਵਿਭਾਗ ਨੂੰ ਉਹਦੇ ਤੇ ਬੜਾ ਫਕਰ ਹੈ ਤੁਹਾਡੇ ਦੋਵਾਂ ਤੇ ਹੀ। ਔਰ ਜੋ ਗੱਲ ਮੈਨੂੰ ਪਤਾ ਲੱਗੀ ਹੈ, ਆਈ ਥਿੰਕ ਕਿ ਤੁਸੀਂ ਵੀ ਯੂ ਆਰ ਆਲਸੋ ਵੈਰੀ ਹਾਈਲੀ ਕੁਆਲੀਫਾਈਡ, ਔਰ ਤੁਸੀਂ MSc ਫਿਜ਼ਿਕਸ ਹੋਣ ਦੇ ਬਾਵਜੂਦ ਵੀ ਤੁਸੀਂ ਵੀ 2 ਵਾਰ ਆਪਣਾ ਪ੍ਰਮੋਸ਼ਨ ਜਿਹੜਾ ਹੈ ਡੀਬਾਰ ਕੀਤਾ, ਜਿਵੇਂ ਰਾਜਿੰਦਰ ਨੇ ਦੱਸਿਆ। ਹਾਂਜੀ। ਕੋਈ ਇਸ ਤਰ੍ਹਾਂ ਦੀ ਕੋਈ ਗੱਲ ਰਾਜਿੰਦਰ ਤੁਸੀਂ ਜਾਂ ਮੈਡਮ ਹਰਿੰਦਰ ਤੁਹਾਡੇ ਦੋਵਾਂ ਵਿੱਚੋਂ ਹੀ ਕੋਈ ਇਹ ਚੀਜ਼ ਐਕਸਪਲੇਨ ਕਰ ਦੇਵੇ ਕਿ ਹਸਬੈਂਡ ਵਾਈਫ ਦੋਨੋਂ ਇੱਕ ਸਕੂਲ ਦੇ ਵਿੱਚ ਟੀਚਰ ਹੋਣ ਤੇ ਕੀ ਦੋਵਾਂ ਦਾ ਉਹਨਾਂ ਦਾ ਸਹਿਯੋਗ ਜਾਂ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਘਰ ਦੇ ਵਿੱਚ ਵੀ, ਘਰ ਦੇ ਕੰਮਾਂ ਦੇ ਵਿੱਚ ਵੀ ਔਰ ਸਕੂਲ ਦੇ ਕੰਮਾਂ ਦੇ ਵਿੱਚ ਵੀ। ਸੋ ਵੁੱਡ ਯੂ ਲਾਈਕ ਟੂ ਸੇ ਐਨੀਥਿੰਗ ਈਦਰ ਆਫ ਯੂ? ਬਿਲਕੁਲ ਸਰ। ਇਹ ਸਾਡੇ ਲਈ ਅਸੀਂ ਇਹ ਸੋਚਦੇ ਹੁੰਦੇ ਹਾਂ ਕਿ ਸਕੂਲ ਦੇ ਵਿੱਚ ਜੋ ਅਸੀਂ ਜਿੰਨਾ ਕੁ ਕੰਮ ਵੀ ਅਸੀਂ ਕਰ ਸਕੇ ਉਹ ਇਸੇ ਕਰਕੇ ਕਰ ਸਕੇ ਕਿ ਅਸੀਂ ਦੋਨੋਂ ਜਣੇ ਇਕੱਠੇ ਸੀ। ਕਿ ਇੱਕ ਜਣਾ, ਕਿਉਂਕਿ ਅਸੀਂ ਸਕੂਲ ਦੇ ਵਿੱਚ ਸਰ ਕੋਈ ਛੁੱਟੀ ਅਸੀਂ ਘਰੇ ਨਹੀਂ ਰਹਿੰਦੇ, ਸਕੂਲ 'ਚ ਹੀ ਹੁੰਦੇ ਹਾਂ, ਔਰ ਡੇਲੀ 14-15 ਘੰਟੇ ਸਕੂਲ ਦੇ ਵਿੱਚ ਐਵਰੇਜ ਹੈ, ਕਈ ਵਾਰ 18 ਤੋਂ 20 ਘੰਟੇ ਵੀ ਸਕੂਲ ਦੇ ਵਿੱਚ ਲੱਗ ਜਾਂਦੇ ਆ ਮੈਨੂੰ। ਤਾਂ ਇੱਕ ਜਣਾ ਸਾਡੇ ਚੋਂ ਘਰ ਦਾ ਕੰਮ ਸੰਭਾਲਦਾ ਸਾਰਾ, ਇੱਕ ਜਣਾ ਸਕੂਲ ਦਾ, ਔਰ ਇਹ ਬਹੁਤ ਵੱਡੀ ਕੋਆਪਰੇਸ਼ਨ ਹੈ। ਔਰ ਘਰੇ ਬੈਠਾ ਵੀ ਬੰਦਾ ਜਿਹੜਾ ਹੈ ਉਹ ਪਲੈਨਿੰਗ ਹੀ ਕਰਦਾ ਰਹਿੰਦਾ ਹੈ ਵੀ ਆਪਾਂ ਅੱਗੇ ਫਰਦਰ ਕਿਸ ਤਰ੍ਹਾਂ ਹੁਣ ਸਾਰਾ ਕਰਨਾ ਹੈ। ਔਰ ਸਰ ਜਿਵੇਂ ਕਿ ਹੁਣ ਲੋਕਡਾਊਨ ਹੈ ਤਾਂ ਅਸੀਂ ਸਟੂਡੈਂਟਸ ਨਾਲੋਂ ਹੁਣ ਵੀ ਨਹੀਂ, ਅਸੀਂ ਉਸੇ ਤਰ੍ਹਾਂ ਹੀ ਹੈ, ਉਹਨਾਂ ਨੂੰ ਵੀਡੀਓ ਕਾਲਸ ਵੀ ਕਰਦੇ ਹਾਂ, ਉਹਨਾਂ ਨਾਲ ਉਸੇ ਤਰ੍ਹਾਂ ਸਾਡੇ ਕੋਲ ਉਹਨਾਂ ਦਾ ਹੋਮਵਰਕ ਆਉਂਦਾ, ਅਸੀਂ ਉਹਨੂੰ ਚੈੱਕ ਕਰਕੇ ਵੀ ਵਾਪਸ ਭੇਜਦੇ ਹਾਂ। ਔਰ ਸਾਡਾ ਬਾਕੀ ਸਟਾਫ ਵੀ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜਿਆ ਹੋਇਆ ਹੈ। ਸਾਡੇ ਮੈਡਮ ਹੈ ਕਿਰਨਜੀਤ ਕੌਰ ਨੇ, ਉਹ ਸਾਨੂੰ ਆਡੀਓਜ਼ ਰਿਕਾਰਡ ਕਰਕੇ ਭੇਜਦੇ ਆ ਔਰ ਮੈਂ ਉਹਨਾਂ ਤੇ ਵੀਡੀਓਜ਼ ਬਣਾ ਕੇ ਬੱਚਿਆਂ ਨੂੰ ਸਿਲੇਬਸ ਦੀਆਂ ਵੀਡੀਓਜ਼ ਬਣਾ ਕੇ ਅਸੀਂ ਗਰੁੱਪ ਦੇ ਵਿੱਚ ਦਿੰਦੇ ਹਾਂ। ਔਰ ਇਸੇ ਤਰ੍ਹਾਂ ਸਾਡੇ ਗੁਰਚਰਨ ਸਰ ਹੈ, ਅਮਨਦੀਪ ਮੈਡਮ ਹੈ, ਜਸਵਿੰਦਰ ਮੈਡਮ ਹੈ, ਉਹ ਸਾਰੇ ਹੀ ਸਾਡੇ ਨਾਲ ਬਹੁਤ ਵਧੀਆ ਤਰੀਕੇ ਨਾਲ ਕੋਆਪਰੇਟ ਕਰਦੇ ਆ ਔਰ ਹੁਣ ਵੀ ਸਾਡੇ ਨਾਲ ਇੱਕ ਫੈਮਿਲੀ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਜੁੜੇ ਹੋਏ ਆ। ਮੈਡਮ ਜਿਸ ਤਰ੍ਹਾਂ ਕਿ ਘਰ ਦਾ ਕੰਮ ਸੰਭਾਲ ਲੈਂਦੇ ਆ, ਮੈਂ ਸਕੂਲ ਟਾਈਮ ਤੋਂ ਬਾਅਦ ਸਕੂਲ ਦਾ ਜੋ ਵਾਧੂ ਕੰਮ ਕਰਨ ਵਾਲਾ ਹੁੰਦਾ ਤਾਂ ਅਸੀਂ ਉਹ ਇਸ ਤਰ੍ਹਾਂ ਕਰ ਲੈਂਦੇ ਹਾਂ। ਵੈਰੀ ਗੁੱਡ ਰਾਜਿੰਦਰ, ਬਹੁਤ ਵਧੀਆ ਔਰ ਥੈਂਕ ਯੂ ਵੈਰੀ ਮਚ ਮੈਡਮ। ਵੀ ਆਰ ਪ੍ਰਾਊਡ ਆਫ ਯੂ ਔਰ ਤੁਸੀਂ ਬਹੁਤ ਚੰਗਾ ਕਰ ਰਹੇ ਹੋ। ਤੁਸੀਂ ਦੋਵਾਂ ਨੇ ਮਿਲ ਕੇ ਔਰ ਆਪਣੀ ਬਾਕੀ ਅਧਿਆਪਕਾਂ ਦੇ ਨਾਲ ਮਿਲ ਕੇ ਜੋ ਤੁਸੀਂ ਇਹ ਸਕੂਲ ਬਣਾਇਆ ਹੈ ਬਾੜਾ ਬਾਈ ਕੇ, ਇਹਦਾ ਪੂਰਾ ਸਿਰਫ ਸਟੇਟ ਦੇ ਵਿੱਚ ਹੀ ਨਹੀਂ, ਇਹ ਮੇਰੇ ਖਿਆਲ ਸੇ ਪੂਰੇ ਇੰਟਰਨੈਸ਼ਨਲ ਲੈਵਲ ਤੇ ਸਕੂਲ ਦਾ ਨਾਮ ਹੈ। ਔਰ ਇੱਕ ਗੱਲ ਮੈਂ ਹੋਰ ਵੀ ਨੋਟ ਕੀਤੀ ਹੈ ਕਿ ਜਦੋਂ ਵੀ ਕੋਈ ਨਵੀਂ ਪ੍ਰੈਕਟਿਸ ਔਰ ਕੋਈ ਨਵੀਂ ਚੀਜ਼ ਦੀ ਸ਼ੁਰੂਆਤ ਕਰਨੀ ਹੋਏ, ਕੋਈ ਨਵੀਂ ਟੈਕਨੀਕ ਦੀ, ਉਹ ਤੁਹਾਡੇ ਸਕੂਲ ਤੋਂ ਤਿਆਰ ਹੋ ਕੇ ਆਉਂਦੀ ਹੈ। I am very happy and very glad
ਤੇ ਸਵੇਰ ਕੋਈ ਚੀਜ਼ ਦੱਸੋ ਔਰ 1 ਜਾਂ 2 ਦਿਨ ਦੇ ਬਾਅਦ ਉਹ ਮੁੜ ਕੇ ਚੀਜ਼ ਵੀ ਆ ਜਾਂਦੀ ਹੈ। ਮੈਨੂੰ ਹਾਲੇ ਵੀ ਯਾਦ ਹੈ, ਆਈ ਥਿੰਕ ਇੱਕ ਬੱਚਿਆਂ ਦਾ ਇੱਕ ਮੇਰੇ ਖਿਆਲ ਸੇ ਉਹ ਸੀਗਾ ਫਰਸ਼ ਤੇ ਇੱਕ ਗੇਮ ਐਕਟੀਵਿਟੀ ਫਲੋਰ ਸਰ, ਐਕਟੀਵਿਟੀ ਫਲੋਰ ਉਹ ਤੁਸੀਂ ਬੜੀ ਛੇਤੀ ਬਣਾ ਕੇ ਬਹੁਤ ਛੇਤੀ ਤਿਆਰ ਕਰਕੇ ਰਾਜਿੰਦਰ ਉਹ ਤੁਸੀਂ ਬਣਾ ਕੇ ਭੇਜ ਦਿੱਤਾ ਸੀ। ਆਈ ਸਟਿਲ ਰਿਮੈਂਬਰ ਦੈਟ। ਸਰ ਸਾਡੇ ਟੀਚਰ ਬਹੁਤ ਟੈਲੈਂਟਡ ਹੈ, ਸਾਰੇ ਬਹੁਤ ਕੋਆਪਰੇਟਿਵ ਹੈ। ਵੈਰੀ ਗੁੱਡ, ਵੈਰੀ ਗੁੱਡ। ਹਾਂਜੀ ਹਾਂਜੀ ਚਲੋ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ ਵੈਰੀ ਮਚ, ਥੈਂਕਸ ਅ ਲੋਟ, ਰੀਲੀ ਪ੍ਰਾਊਡ ਆਫ ਯੂ। ਥੈਂਕ ਯੂ ਮੈਡਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ।